ਦਿੰਦੇ ਹਨ। ਕਾਲ ਅਜੀਤ ਇਟਵਾਲ 559 374 45 41 ਦੇ ਨਾਲ ਹੀ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟੇਰਕੀਆਣਾ 415 909 0503 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ, ਲੁਧਿਆਣਾ ਦੇ ਵਿੱਚ ਚੋਣ ਹਿੰਸਾ, ਬੈਂਸ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ। ਜੀ ਦੇਖੋ, ਉੱਥੇ ਲੁਧਿਆਣੇ ਦੇ ਵਿੱਚ ਜੋ ਚੱਲਦਾ ਪਿਆ ਨਾ, ਉਹ ਕਮਾਲ ਦਾ ਘਮਸਾਨ ਨਹੀਂ ਹੈ। ਵੈਸੇ ਜੇ ਤੁਸੀਂ ਦੇਖੋਗੇ, ਪਤਾ ਨਹੀਂ ਸਾਡੀ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ। ਵੈਸੇ ਵੀ ਲੁਧਿਆਣੇ ਦਾ ਜਿਹੜਾ ਮੰਤਰੀ ਸੀ ਭਰਤ ਭੂਸ਼ਣ ਆਸ਼ੂ, ਉਹ ਸਾਰੀ ਜਦੋਂ ਤੱਕ ਚੱਲ ਰਿਹਾ ਸੀਗਾ, ਮਤਲਬ ਕਿ ਸਾਰਾ ਸਰਕਾਰ ਦਾ ਕਾਰਜਕਾਲ ਤੇ ਉਹ ਚਰਚਿਤ ਰਿਹਾ, ਹਮੇਸ਼ਾ ਚਰਚਿਤ ਰਿਹਾ। ਤਾਂ ਦੂਸਰੇ ਪਾਸੇ ਬਹਿਸ। ਗੱਲ ਇਹ ਆ ਕਿ ਇਸ ਵੇਲੇ ਜਿਹੜਾ ਇਹ ਮਾਹੌਲ ਆ, ਇਸ ਮਾਹੌਲ ਦੇ ਵਿੱਚ ਅੱਗੇ ਜਾ ਕੇ ਪਤਾ ਨਹੀਂ ਕੀ ਹੋਏਗਾ। ਇਸ ਗੱਲ ਦਾ ਧੁੱਕੂ ਲੱਗਿਆ ਪਿਆ, ਕਿਉਂਕਿ ਜੇ ਤੁਸੀਂ ਪਿਛਲੇ 2 ਦਿਨ ਤੋਂ ਵੇਖੋਗੇ, ਵੈਸੇ ਅੱਜ ਮੈਂ ਸੁਣ ਰਿਹਾ ਸੀ ਜਿਹੜੇ ਸਟੇਟ ਦੇ ਇਲੈਕਸ਼ਨ ਕਮਿਸ਼ਨਰ ਆ, ਜਿਹੜੇ ਮੁੱਖ ਚੋਣ ਅਫਸਰ ਹੁੰਦੇ ਆ, ਉਹ ਕਹਿ ਰਹੇ ਸਨ ਕਿ ਇੱਥੇ ਤਕਰੀਬਨ 400 ਕਰੋੜ ਰੁਪਏ ਦੀਆਂ ਵਸਤੂਆਂ ਫੜੀਆਂ ਗਈਆਂ। ਮਤਲਬ ਕਿ ਜ਼ਿਆਦਾਤਰ ਡਰੱਗ ਹੈ, ਚੋਣ ਜ਼ਾਬਤਾ ਲੱਗਣ ਤੋਂ ਬਾਅਦ ਜ਼ਿਆਦਾਤਰ ਡਰੱਗ ਹੈ, ਜਿਹਦੇ ਚ ਦਾਰੂ ਵੀ ਆ ਗਈ, ਔਰ 24-25 ਕਰੋੜ ਰੁਪਈਆ ਜਿਹਨੂੰ ਆਪਾਂ ਬੇਨਾਮੀ ਲੱਗਦੀ ਗਈ ਉਹ ਫੜਿਆ ਗਿਆ। ਮਤਲਬ ਕਿ ਸਾਨੂੰ ਹਿੰਸਾ ਵੀ ਵੇਖਣ ਨੂੰ ਮਿਲ ਰਹੀ ਹੈ ਇਲੈਕਸ਼ਨ ਦੇ ਵਿੱਚ, ਡਰੱਗ ਵੀ ਵੇਖਣ ਨੂੰ ਮਿਲ ਰਿਹਾ, ਸਾਰਾ ਕੁਛ। ਤੇ ਇਸ ਤੋਂ ਇਲਾਵਾ ਜੇ ਦੇਖੀਏ ਤਾਂ ਮਨੋਰੰਜਨ ਵੀ ਸਾਨੂੰ ਮਿਲ ਹੀ ਰਿਹਾ ਹੈ। ਮਨੋਰੰਜਨ ਵੀ ਮਿਲ ਰਿਹਾ ਕਿ ਅਸੀਂ ਕਦੇ ਚੰਨੀ ਚੋਂ ਮਨੋਰੰਜਨ ਲੱਭ ਰਹੇ ਹਾਂ, ਕਦੇ ਅਸੀਂ ਸਿੱਧੂ ਚੋਂ ਮਨੋਰੰਜਨ ਲੱਭ ਰਹੇ ਹਾਂ। ਮਨੋਰੰਜਨ ਵੀ ਮਿਲ ਰਿਹਾ ਹੈ, ਐਸੀ ਗੱਲ ਨਹੀਂ ਹੈ, ਪਰ ਇਹ ਚੀਜ਼ਾਂ ਤੇ ਸਾਡਾ ਧਿਆਨ ਹੀ ਨਹੀਂ ਹੈ। ਮੁੱਦਿਆਂ ਤੇ ਰਾਜਨੀਤੀ ਜਿਹੜੀ ਆ, ਕਦੇ ਕੇਂਦਰ ਤੋਂ ਹੁੰਦੀ ਹੈ, ਕਦੇ ਫੇਰ ਉੱਥੋਂ ਭੱਜ ਜਾਂਦੀ, ਉਹਦਾ ਕੇਂਦਰੀਕਰਨ ਹੋ ਜਾਂਦਾ ਆ। ਇਸ ਕਰਕੇ ਮਤਲਬ ਕਿ ਹੁਣ ਧੁੱਕੂ ਲੱਗਿਆ ਕਿ ਕੀ ਜਿਹੜੀ ਸਿਚੁਏਸ਼ਨ ਆ ਉਹ ਇਹ ਤੋਂ ਚੰਗੀ ਹੋ ਜਾਏਗੀ ਜਾਂ ਇਹ ਤੋਂ ਵੀ ਮੰਦੀ ਹੋਏਗੀ ਅੱਗੇ ਜਾ ਕੇ। ਕਿਉਂਕਿ ਜੇ ਤੁਸੀਂ ਦੇਖੋਗੇ, ਆਮ ਆਦਮੀ ਪਾਰਟੀ ਤੇ ਕਾਂਗਰਸ ਵਾਲੇ ਜਿਹੜੇ ਆ ਗੁਰਦਾਸਪੁਰ ਦੇ ਵਿੱਚ ਟਕਰਾਏ ਆ, ਜਲੰਧਰ ਦੇ ਵਿੱਚ 3-4 ਜਿਹੜੀਆਂ ਮੇਰੇ ਖਿਆਲ ਦੇ ਨਾਲ ਬੀਬੀਆਂ ਵੀ ਸੀ, ਉਹਨਾਂ ਦੇ ਵਿੱਚੋਂ ਕੁਛ ਕਿ ਉਹ ਫੱਟੜ ਹੋਏ ਆ ਝੰਡਾ ਲਾਉਣ ਤੋਂ ਆ ਥੋੜੇ ਕੁਛ ਘੰਟਿਆਂ ਦੇ ਅੰਦਰ ਅੰਦਰ। ਔਰ ਸਵੇਰੇ ਸਾਜਰੇ ਉੱਠਦੇ ਸਾਰੀ ਖਬਰ ਆ ਗਈ ਕਿ ਕੜਵਲ ਤੇ ਬੈਂਸ ਫੇਰ ਆਮੋ ਸਾਹਮਣੇ ਹੋ ਗਏ। ਹਾਲੇ ਥੋੜੇ ਦਿਨ ਪਹਿਲਾਂ ਇਹਨਾਂ ਦੀ ਕੈਂਸ ਹੋਈ, ਫਿਰ ਅੱਜ ਆਮੋ ਸਾਹਮਣੇ ਹੋ ਗਏ। ਦੋਵੇਂ ਮਿੱਤਰ ਸਨ, ਪੁਰਾਣੇ ਲੰਗੋਟੀਏ ਯਾਰ ਸੀਗੇ, ਲੰਗੋਟੀਏ ਯਾਰ ਸੀ ਇਕੱਠੇ। ਉਹ ਤਹਿਸੀਲਦਾਰ ਨੂੰ ਕੁੱਟਣ ਵਾਲੇ ਕੇਸ ਦੇ ਵਿੱਚ ਜੇਲ੍ਹ 'ਚ ਵੀ ਰਹੇ। ਉਸ ਤੋਂ ਬਾਅਦ ਅੱਜ ਤੁਸੀਂ ਦੇਖ ਲਓ, ਇੱਕ ਕਾਂਗਰਸ ਦੇ ਵਿੱਚ ਚਲੇ ਗਿਆ, ਇੱਕ ਕਾਂਗਰਸ ਦੇ ਵਿੱਚ ਜਾਣਾ ਚਾਹੁੰਦਾ ਸੀਗਾ, ਕੁਛ ਬੰਦਿਆਂ ਨੇ ਰੌਲਾ ਪਾ ਲਿਆ ਕਿ ਨਹੀਂ ਲੈਣਾ, ਉਹ ਰਹਿ ਗਿਆ ਤੇ ਆਪਣੀ ਪਾਰਟੀ ਬਣਾ ਕੇ ਚੱਲ ਰਿਹਾ ਵਾ। ਹੁਣ ਦੋਨੇ ਆਮੋ ਸਾਹਮਣੇ, ਇੱਕੋ ਹਲਕੇ ਦੇ ਵਿੱਚ ਆਮੋ ਸਾਹਮਣੇ, ਯਾਨੀ ਜੁੰਡੀ ਦੇ ਯਾਰ। ਜਿਵੇਂ ਫਿਲਮਾਂ ਦੇ ਵਿੱਚ ਇੱਕ ਸਾਥੀ ਫਿਲਮ ਆਈ ਸੀ, ऐसा भी वक्त देखो जीवन में आता है जब अच्छा खासा दोस्त भी दुश्मन बन जाता है। बड़ी जबरदस्त फिल्म सीगी साथी फिल्म। इदा ही 2 ਦੋਸਤਾਂ ਦੀ ਕਹਾਣੀ ਸੀਗੀ। ਤੇ ਇੱਥੇ ਜਿਹੜੇ ਦੋਸਤ ਕਦੇ ਸਾਹ 'ਚ ਸਾਹ ਲੈਂਦੇ ਸੀਗੇ, ਅੱਜ ਅਦਾਵਤ ਪਾਲ ਕੇ ਬੈਠੇ, ਅੱਜ ਦੁਸ਼ਮਣੀ ਪਾਲ ਕੇ ਬੈਠੇ ਨੇ। ਤੇ ਇਹ ਪਹਿਲਾਂ ਵੀ ਆਮੋ ਸਾਹਮਣੇ ਹੋਏ, ਉਸ ਤੋਂ ਬਾਅਦ ਫੇਰ ਰਾਤ ਵੀ ਕਲੈਸ਼ ਹੋਇਆ, ਉਹਦੇ 'ਚ ਗੋਲੀਆਂ ਵੀ ਚੱਲੀਆਂ। ਇੱਕ ਤਥਾ ਕਥਿਤ ਵੀਡੀਓ ਵੀ ਵਾਇਰਲ ਹੈ, ਜਿਹਨੂੰ ਕੁਛ ਵੈਬ ਚੈਨਲ ਪੋਸਟ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਸਿਮਰਨਜੀਤ ਬੈਠ ਨੇ ਫਾਇਰ ਕੀਤੇ, ਕਿਉਂਕਿ ਅਸੀਂ ਜ਼ਿੰਮੇਵਾਰੀ ਸਮਝਦੇ ਹਾਂ ਕਿ ਜਦ ਤੱਕ ਪੁਸ਼ਟੀ ਨਹੀਂ ਹੁੰਦੀ ਤਦ ਤੱਕ ਅਸੀਂ ਕੋਈ ਗੱਲ ਇੱਕ ਤਰਫੀ ਨਹੀਂ ਕਹਾਂਗੇ। ਤਾਂ ਬਹਰਹਾਲ ਗੋਲੀਆਂ ਵੀ ਚੱਲੀਆਂ ਨੇ। ਕੜਵਲ ਅੱਡ ਦੋਸ਼ ਲਾ ਰਿਹਾ ਵਾ ਕਿ ਇਹਨਾਂ ਨੇ ਹਮਲਾ ਕੀਤਾ ਵਾ ਜਦੋਂ ਅਸੀਂ ਕੋਈ ਨੁੱਕੜ ਮੀਟਿੰਗ ਕਰਨ ਜਾ ਰਹੇ ਸਾਂ। ਤਾਂ ਦੂਸਰੇ ਪਾਸੇ ਜਦੋਂ ਬੈਂਸ ਨੂੰ ਫੜ ਲਿਆ, ਬੈਂਸ ਬੇਸਿਕਲੀ ਦੇਖੋ ਕਿੱਡਾ, ਮੈਂ ਕਹੂੰਗਾ ਕਿ ਨਿਡਰ ਬੰਦਾ ਆ ਕਿ ਕਾਨੂੰਨ ਦਾ ਭੋਰਾ ਵੀ ਡਰ ਨਹੀਂ। 307 ਦਾ ਪਰਚਾ ਦਰਜ ਹੋ ਗਿਆ, ਪਹਿਲਾਂ ਰੇਪ ਵਾਲਾ ਪਰਚਾ ਦਰਜ ਹੋਇਆ, ਏਦਾਂ ਹੀ ਰੈਲੀਆਂ ਕਰਦਾ ਰਿਹਾ। ਚਲੋ ਉਹ ਸੁਪਰੀਮ ਕੋਰਟ ਨੇ ਰਾਹਤ ਦੇ ਦਿੱਤੀ, ਤਾਂ ਇਹ 307 ਦਾ ਇਰਾਦਾ ਕਤਲ ਦਾ ਮਾਮਲਾ ਦਰਜ ਹੋ ਗਿਆ। ਲੁਧਿਆਣੇ ਦੇ ਵਿੱਚ ਹੀ ਸੀਗਾ, ਵਕੀਲਾਂ ਨੂੰ ਉੱਥੇ ਸੰਬੋਧਨ ਕਰਨ ਪਹੁੰਚਿਆ ਹੋਇਆ ਸੀਗਾ। ਵਕੀਲਾਂ ਦੀ ਫਿਰ ਜ਼ਰੂਰਤ ਪੈ ਗਈ, ਉੱਥੇ ਹੀ ਪੁਲਿਸ ਨੇ ਫਿਰਨਾ ਫੜ ਲਿਆ ਤੇ ਮੇਰੇ ਖਿਆਲ ਦੇ ਨਾਲ ਕਾਫੀ ਉੱਥੇ ਝੜਪ ਵੀ ਹੋਈ ਆ। ਲੁਧਿਆਣੇ ਦੇ ਲੋਕ ਦੱਸਦੇ ਆ ਕਿ ਜਦੋਂ
ਇਹਨੂੰ ਲਿਜਾਇਆ ਜਾ ਰਿਹਾ ਸੀਗਾ ਸਿਮਰਨਜੀਤ ਸਿੰਘ ਬੈਂਸ ਨੂੰ, ਪੁਲਿਸ ਉੱਥੇ ਬਹੁਤ ਜ਼ਿਆਦਾ ਗਈ ਸੀਗੀ, ਗ੍ਰਿਫਤਾਰੀ ਇਦਾਂ ਤਾਂ ਹੁੰਦੀ ਨਹੀਂ ਕਿਉਂਕਿ ਇਹੀ ਪੁਲਿਸ ਸੀਗੀ, ਤੁਹਾਨੂੰ ਯਾਦ ਹੋਣਾ, ਜਿਹਨੇ ਜਾ ਕੇ ਚਲਾਨ ਦੇ ਵਿੱਚ ਰੇਪ ਕੇਸ ਵਾਲੇ ਮਾਮਲੇ 'ਚ ਕਿਹਾ ਸੀਗਾ ਕਿ ਜੇ ਇਹਨੂੰ ਗ੍ਰਿਫਤਾਰ ਕਰਨੇ ਆ ਤੇ ਫਿਰ ਲਾਅ ਐਂਡ ਆਰਡਰ ਖਰਾਬ ਹੋ ਜਾਏਗਾ। ਫਿਰ ਦੱਸਦੇ ਆ ਕਿ ਜਿਹੜਾ ADCP ਹੈ, ਜਿਹੜਾ ਮਤਲਬ ਕਿ ਜਿਹਨੂੰ ਆਪਾਂ ਕਹਿ ਲਈਏ ਕਿ ਐਡੀਸ਼ਨਲ ਕਮਿਸ਼ਨਰ ਆਫ ਪੁਲਿਸ ਹੋਏਗਾ ਜਿਹੜਾ ਉੱਥੋਂ ਦਾ ਵਨ ਦਾ, ਕਿਉਂਕਿ ਜ਼ੋਨ ਵੰਡੇ ਹੁੰਦੇ ਆ ਨਾ, ਤਾਂ ਰਵਚਰਨ ਸਿੰਘ ਬਰਾੜ ਆਪ ਜਿਪਸੀ ਚਲਾ ਕੇ ਬਾਹਰ ਨਿਕਲਿਆ ਉੱਥੋਂ ਫੜ ਕੇ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਐਡਾ ਵੱਡਾ ਅਫਸਰ ਇੱਕ ਅਰੈਸਟ ਵਾਸਤੇ ਗਿਆ ਤਾਂ ਕਿੰਨੀ ਸੰਜੀਦਗੀ ਦੇ ਨਾਲ ਕੰਮ ਕੀਤਾ ਗਿਆ। ਤਾਂ ਬਹਰਹਾਲ ਸਿਮਰਨਜੀਤ ਸਿੰਘ ਬੈਂਸ ਕਹਿ ਰਿਹਾ ਕਿ ਜਿਹੜੀ ਆਜ਼ਾਦ ਚੋਣ ਹੈ ਉਹਨੂੰ ਹਾਈਜੈਕ ਕੀਤਾ ਜਾ ਰਿਹਾ, ਮਤਲਬ ਕਿ ਸਾਡੀ ਕੰਪੇਨ ਨੂੰ ਕਿਤੇ ਨਾ ਕਿਤੇ ਵੱਟਾ ਲਾਉਣ ਵਾਸਤੇ ਅਜਿਹਾ ਕੀਤਾ ਜਾ ਰਿਹਾ। ਪਰ ਤੁਸੀਂ ਆਪ ਹੀ ਦੇਖ ਲਓ ਕਿ ਸੂਰਤ ਹਾਲ ਲੁਧਿਆਣੇ ਦੇ ਆਤਮ ਨਗਰ ਦੀ ਕਿਸ ਤਰ੍ਹਾਂ ਦੀ ਬਣਦੀ ਜਾ ਰਹੀ ਹੈ ਕਿ ਦੋ ਧਿਰਾਂ ਨੇ, ਦੋ ਪੁਰਾਣੇ ਮਿੱਤਰ ਨੇ, ਵਾਰ-ਵਾਰ ਆਮੋ ਸਾਹਮਣੇ ਆ ਰਹੇ ਨੇ। ਤਾਂ ਤੁਸੀਂ ਇੱਕ ਚੀਜ਼ ਦੇਖੋ ਕਿ ਉੱਥੋਂ ਦਾ ਵੋਟਰ ਕਿ ਉਹ ਨਿਡਰਤਾ ਦੇ ਨਾਲ ਵੋਟ ਕਰ ਰਿਹਾ ਹੋਵੇਗਾ, ਕਿ ਉਹ ਸਮਝਦਾ ਕਿ ਇਸ ਸਿਸਟਮ ਦੇ ਵਿੱਚ, ਇਸ ਨਿਜ਼ਾਮ ਦੇ ਵਿੱਚ ਆਜ਼ਾਦਾਨਾ ਚੋਣਾਂ ਹੋ ਰਹੀਆਂ ਜਾਂ ਬੇਖੌਫਤਾ ਦੇ ਨਾਲ ਚੋਣਾਂ ਹੋ ਰਹੀਆਂ ਨੇ। ਕੈਸੀ ਤੁਸੀਂ ਉੱਥੇ ਤਰਾਈ ਕਰਾਈ ਪਈ ਹੈ ਦੋ ਬੰਦਿਆਂ ਨੇ, ਪਤਾ ਨਹੀਂ ਤੁਹਾਡੇ ਚੋਂ ਕੌਣ ਸੱਚਾ ਕੌਣ ਝੂਠਾ, ਪਰ ਇੱਕ ਤੇ ਹੈ। ਵੈਸੇ ਤਾਂ ਬੈਕਗਰਾਉਂਡ ਦੋਹਾਂ ਦਾ ਤੁਸੀਂ ਜਿੱਥੋਂ ਸਟਾਰਟ ਕੀਤਾ ਮੈਂ ਉੱਥੇ ਜਾਣਾ ਨਹੀਂ ਚਾਹੁੰਦਾ, ਪਰੰਤੂ ਗੱਲ ਇਹ ਆ ਕਿ ਜਿਹੜਾ ਤੁਸੀਂ ਹੁਣ ਮਾਹੌਲ ਬਣਾ ਰੱਖਿਆ ਇਸ ਕਹਿ ਲਓ ਕਿ ਅੱਧ-ਖੜ ਉਮਰ ਲੰਘ ਜਾਣ ਦੇ ਬਾਅਦ, ਮੇਰੇ ਖਿਆਲ ਦੇ ਨਾਲ ਤੁਹਾਨੂੰ ਕੁਛ ਨਾ ਕੁਛ ਚੀਜ਼ ਕਰਨੀ ਚਾਹੀਦੀ ਹੈ। ਕਦੇ ਗੋਸ਼ੇ ਨੂੰ ਕੁੱਟਤਾ, ਕਦੇ ਕੁਛ ਕਰ ਦਿੱਤਾ, ਕਦੇ ਕੁਛ ਕਰ ਦਿੱਤਾ, ਬੈਂਸ ਵੀ ਘੱਟ ਨਹੀਂ ਹੈ ਕਿਸੇ ਤੋਂ। ਜੀ ਬਿਲਕੁਲ। ਅਗਲੀ ਮਿੰਟ 'ਚ ਗੱਲ ਕਰੀਏ, ਭਾਜਪਾ ਗੱਠਜੋੜ ਵੱਲੋਂ 11 ਨੁਕਾਤੀ ਸੰਕਲਪ ਪੱਤਰ ਜਾਰੀ, ਸੰਯੁਕਤ ਸਮਾਜ ਮੋਰਚੇ ਵੱਲੋਂ ਚੋਣ ਮਨੋਰਥ ਪੱਤਰ ਜਾਰੀ। ਮੰਜੇ ਵਾਲਿਆ ਬਾਬਾ ਚਾਰ ਗੱਲਾਂ ਸੁਣਾ ਜਾ ਇਕਰਾਰ ਦੀਆਂ, ਉਹ ਜਿਵੇਂ ਕਹਿੰਦਾ ਨਾ ਤਾਰੇ ਵਾਲੇ ਆ ਬਾਬਾ ਦੋ ਤੁਕਾਂ ਸੁਣਾ ਜਾ ਹੀਰ ਦੀਆਂ। ਇੱਥੇ ਮੰਜੇ ਵਾਲੇ ਬਾਬਾ ਰਾਜੇਵਾਲ ਨੂੰ ਕਹਿੰਦੇ ਕਿ ਚਾਰ ਗੱਲਾਂ ਸੁਣਾ ਜਾ ਇਕਰਾਰ ਦੀਆਂ। ਇਕਰਾਰ ਮਤਲਬ ਕਿ ਜਿਹੜਾ ਚੋਣ ਮਨੋਰਥ ਪੱਤਰ ਇਹਨਾਂ ਨੇ ਜਾਰੀ ਕੀਤਾ ਹੈ ਉਹਦਾ ਨਾਂ ਰੱਖਿਆ ਵਾ ਇਕਰਾਰਨਾਮਾ। ਸੋ ਇਹਨਾਂ ਨੇ ਇਕਰਾਰ ਕੀਤਾ ਵਾ। ਤੇ ਗੱਲ ਇਹ ਆ ਕਿ ਦੇਖੋ ਇਸ ਵੇਲੇ ਇਹ ਤਾਂ ਹੁਣ ਵਾਅਦਿਆਂ ਦੀ ਬਹਾਰ ਆਏਗੀ ਨਾ, ਸਾਰੇ ਵਾਅਦੇ ਕਰਨਗੇ। ਸੋ ਹੁਣ ਇਸ ਰੁੱਤ ਦੇ ਵਿੱਚ ਜਿਸ ਤਰ੍ਹਾਂ ਦੀ ਇਹ ਆਈ ਆ ਰੁੱਤ, ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਹੀ ਭਾਜਪਾ ਨੇ ਰੂਰਲ ਡਿਵੈਲਪਮੈਂਟ ਵਾਸਤੇ ਆਪਣਾ ਜਿਹੜਾ ਸੰਕਲਪ ਪੱਤਰ ਸੀਗਾ ਉਹ ਜਾਰੀ ਕੀਤਾ। ਮਤਲਬ ਕਿ ਵੈਸੇ ਇਹਨਾਂ ਦਾ ਸੰਕਲਪ ਪੱਤਰ ਹੀ ਆਉਂਦਾ ਐਤਕੀ ਕਿਸ਼ਤਾਂ ਚ ਆ ਰਿਹਾ ਵਾ। 11 ਨੁਕਾਤੀ ਵਿਜ਼ਨ ਇਹਨਾਂ ਨੇ ਪਹਿਲਾਂ ਰੱਖ ਦਿੱਤਾ ਸੀ, ਉਹਦੇ ਵਿੱਚ ਰੂਰਲ ਦਾ ਇਹਨਾਂ ਨੇ ਅਲੱਗ ਤੋਂ ਅੱਜ ਜਾਰੀ ਕੀਤਾ। ਮੈਂ ਸੰਖੇਪ ਚ ਸਾਰਿਆਂ ਤੇ ਚਾਨਣਾ ਪਾ ਦਿੰਦਾ ਵਾ। ਔਰ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਨਰਿੰਦਰ ਮੋਦੀ ਜੀ ਨੇ ਵੀ ਅੱਜ ਆਪਣਾ ਵਿਜ਼ਨ ਸਾਹਮਣੇ ਰੱਖ ਦਿੱਤਾ ਹੈ। ਫਿਰ ਤੀਸਰੇ ਪਾਸੇ ਮੰਜੇ ਵਾਲੇ ਬਾਬੇ ਵੀ ਆਪਣਾ ਇਕਰਾਰਨਾਮਾ ਲੈ ਕੇ ਆਏ। ਤਾਂ ਸ਼ੁਰੂਆਤ ਕਰਦੇ ਹਾਂ ਆਪਾਂ ਭਾਰਤੀ ਜਨਤਾ ਪਾਰਟੀ ਦੇ। ਕੋਈ ਲੰਬੀਆਂ ਚੌੜੀਆਂ ਗੱਲਾਂ ਹੋ ਜਾਂਦੀਆਂ, ਮੈਂ ਪ੍ਰਮੁੱਖਤਾ ਦੇ ਨਾਲ ਹੀ ਦੱਸ ਦਿੰਦਾ ਕਿ ਕੀ ਕੁਛ ਜਿਹੜਾ ਇਹਨਾਂ ਦਾ ਹੈ, ਮਤਲਬ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ, ਉਹ ਵੀ ਤਕਰੀਬਨ ਕਿਸਾਨੀ ਬੇਸਦੀ ਆ। ਖੁਸ਼ਹਾਲ ਕਿਸਾਨ ਸਰਲੇਖ ਦਿੱਤਾ ਗਿਆ ਪਹਿਲੇ ਨੰਬਰ ਤੇ ਕਿ MSP ਦੀ ਵਿਵਸਥਾ ਕਰਾਂਗੇ ਸਾਰੀਆਂ ਫਸਲਾਂ ਤੇ। ਔਰ ਇਸ ਤੋਂ ਇਲਾਵਾ ਡਾਇਵਰਸਿਫਿਕੇਸ਼ਨ ਵਾਸਤੇ ਉਹ ਕਹਿੰਦੇ ਕਿ ਅਸੀਂ 5000 ਕਰੋੜ ਰੁਪਏ ਦਾ ਸਾਲਾਨਾ ਬਜਟ ਰੱਖਾਂਗੇ। ਕਰਜ਼ਾ ਮਾਫੀ ਕਰਾਂਗੇ, ਮਤਲਬ ਕਿ 5 ਏਕੜ ਤੋਂ ਘੱਟ ਜਿਹੜੇ ਜ਼ਮੀਨ ਵਾਲੇ ਕਿਸਾਨ ਆ ਉਹਨਾਂ ਦਾ ਕਰਜ਼ਾ ਮਾਫ ਕਰ ਦੇਵਾਂਗੇ। ਤੇ ਬੇਜ਼ਮੀਨੇ ਕਿਸਾਨਾਂ ਨੂੰ 1 ਲੱਖ ਏਕੜ ਸ਼ਾਮਲਾਟ ਜ਼ਮੀਨ ਜਿਹੜੀ ਅਲਾਟ ਕੀਤੀ ਜਾਏਗੀ। ਬਹੁਤ ਵੱਡੇ ਵਾਅਦੇ ਆ। ਫਿਰ ਟਿਕਾਊ ਹਰੀ ਕ੍ਰਾਂਤੀ ਦੀ ਗੱਲ ਕਰਦੇ ਨੇ, ਉਹਦੇ ਚ ਜਿੱਦਾਂ ਸੋਲਰ ਟਿਊਬਵੈਲ ਲਗਾਉਣ ਲਈ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਊਗੀ। ਫਿਰ ਨਹਿਰਾਂ ਤੇ ਸੋਲਰ ਪੈਨਲ ਲਗਾਏ ਜਾਣਗੇ। ਖੇਤੀ ਨੂੰ ਵਿਕਸਿਤ ਕਰਨ ਵਾਸਤੇ ਖੇਤੀਬਾੜੀ ਯੂਨੀਵਰਸਿਟੀ ਬਣੂਗੀ। ਫਿਰ ਤੀਸਰਾ ਆ ਜਾਂਦਾ ਹਰੇਕ ਖੇਤ ਲਈ ਪਾਣੀ ਦਾ ਪ੍ਰਬੰਧ। ਤੁਸੀਂ ਸਮਝ ਗਏ, ਸਿੰਜਾਈ ਵਾਲਾ ਮਸਲਾ ਆ ਗਿਆ। ਖੇਤੀਬਾੜੀ ਸਹਾਇਕ ਧੰਦਿਆਂ ਨੂੰ ਪ੍ਰੋਤਸਾਹਨ, ਇਹਨਾਂ ਦੇ ਸ਼ਬਦ ਜਿਹੜੇ ਆ ਆਪਾਂ ਇੱਥੇ ਕਹਾਂਗੇ ਉਤਸ਼ਾਹਿਤ ਕਰਨ ਵਾਸਤੇ। ਤਾਂ ਖੇਤੀਬਾੜੀ ਸਹਾਇਕ ਧੰਦੇ ਮਤਲਬ ਕਿ ਜਿਹੜੇ ਡੇਅਰੀ ਫਾਰਮਿੰਗ ਆ, ਹੋਰ ਇਸ ਤਰ੍ਹਾਂ ਦਾ ਜਿਹੜਾ ਸਹਾਇਕ ਕਿੱਤਾ ਜਿਹਨੂੰ ਆਪਾਂ ਕਹਿੰਦੇ ਹਾਂ,
ਮਧੂਮੱਖੀ ਪਾਲਣ ਹੈ ਵਗੈਰਾ ਵਗੈਰਾ, ਕਿ ਉਹਨਾਂ ਨੂੰ ਵੀ ਅਸੀਂ ਪ੍ਰਫੁੱਲਿਤ ਕਰਾਂਗੇ। ਖੇਤੀ ਆਧਾਰਿਤ ਉਦਯੋਗ ਧੰਦਿਆਂ ਨੂੰ ਵਧਾਵਾ ਦੇਵਾਂਗੇ। ਬੜਾਵਾ ਲਿਖ ਰਹੇ ਨੇ, ਆਪਾਂ ਵਧਾਵਾ ਕਰਾਂਗੇ। ਪੰਜਾਬੀ ਦਾ ਸ਼ਬਦ ਸਾਡੇ ਕੋਲ ਮੌਜੂਦ ਹੈ ਤੇ ਅਸੀਂ ਵਾਧਾ ਕਰਾਂਗੇ ਉਹਦੇ ਚ। ਪੇਂਡੂ ਉਦਮਤਾ ਨੂੰ ਇਹ ਬੜਾਵਾ ਕਹਿ ਰਹੇ, ਆਪਾਂ ਵਧਾਵਾ ਕਰਾਂਗੇ। ਇਹਦੇ ਵਿੱਚ ਉਹ ਕਹਿੰਦੇ ਆ ਕਿ ਪਿੰਡਾਂ ਵਿੱਚ ਸਟਾਰਟਅਪ ਕਲਚਰ ਜਿਹੜਾ ਵਧਾਇਆ ਜਾਏਗਾ। ਸਮਰਿੱਧ ਪਿੰਡ ਸਕੀਮ ਸ਼ੁਰੂ ਕੀਤੀ ਜਾਏਗੀ। ਪਿੰਡਾਂ ਵਿੱਚ ਨਵੇਂ ਕੰਮ ਧੰਦੇ ਸਥਾਪਿਤ ਕਰਨ ਲਈ ਪੇਸ਼ ਆਉਂਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ। ਮਤਲਬ ਕਿ ਛੋਟੇ ਛੋਟੇ ਉਦਯੋਗ ਪਿੰਡਾਂ ਦੇ ਵਿੱਚ ਜਿੱਦਾਂ ਲਾ ਲਓ ਕਿ ਉਹ ਕੀਤੇ ਜਾਣਗੇ। ਫਿਰ ਨਰੋਏ ਪਿੰਡ, ਹਰ ਪੰਚਾਇਤ ਦੇ ਵਿੱਚ ਆਰੋਗਿਆ ਕੇਂਦਰ ਸਥਾਪਿਤ ਕੀਤੇ ਜਾਣਗੇ। ਮਤਲਬ ਸਿਹਤ ਨਾਲ ਜੁੜਿਆ ਮਸਲਾ ਆ ਗਿਆ। ਬੁਨਿਆਦੀ ਢਾਂਚੇ ਦਾ ਕਹਿੰਦੇ ਵਿਕਾਸ ਕਰਾਂਗੇ ਅਸੀਂ। ਪੱਕੀ ਛੱਤ ਮਤਲਬ ਕਿ ਹਰੇਕ ਵਾਸਤੇ ਘਰ ਦੇਵਾਂਗੇ। ਜਿਹੜਾ ਵੀ ਕੋਈ ਬੰਦਾ ਗਰੀਬ ਹੋਏਗਾ, ਟੂਟੀ ਕਨੈਕਸ਼ਨ ਦੇ ਰਾਹੀਂ ਸਾਫ਼ ਤੇ ਸੁਰੱਖਿਅਤ ਪਾਣੀ ਦੇਵਾਂਗੇ। ਸਾਰੇ ਪਿੰਡ ਵਿੱਚ 24 ਘੰਟੇ ਬਿਜਲੀ ਦੇਵਾਂਗੇ। ਮਤਲਬ ਕਿ ਆ ਗਿਆ ਬੁਨਿਆਦੀ ਢਾਂਚਾ। ਵਿਕਸਿਤ ਪਿੰਡ ਕਰਾਂਗੇ, ਉਹਦੇ ਵਿੱਚ ਵੀ ਇਹਨਾਂ ਨੇ ਵੱਖਰੇ ਤੌਰ ਤੇ ਜਿਵੇਂ ਸੈਰ ਸਪਾਟਾ, ਉਹਦੇ ਵਾਸਤੇ ਅਸੀਂ ਪਿੰਡੂ ਮੇਲੇ ਲਾਵਾਂਗੇ ਜਾਂ ਇਹ ਸਾਰੀਆਂ ਚੀਜ਼ਾਂ ਕਰਾਂਗੇ, ਉਦਮ ਕਰਾਂਗੇ। ਮੈਰੀ ਐਜੂਕੇਸ਼ਨ ਵਾਸਤੇ ਵੀ ਕਿਹਾ ਕਿ 10ਵੀਂ ਜਮਾਤ ਤੱਕ ਅਨੁਸੂਚਿਤ ਜਾਤੀਆਂ ਗਣ ਅਤੇ ਆਰਥਿਕ ਪੱਖੋਂ ਕਮਜ਼ੋਰ ਜਨਰਲ ਵਰਗ ਦੀਆਂ ਸਾਰੀਆਂ ਲੜਕੀਆਂ ਲਈ ਸਾਲਾਨਾ ਵਜ਼ੀਫਾ ਦਿੱਤਾ ਜਾਏਗਾ। ਇਸ ਤੋਂ ਇਲਾਵਾ ਪਿੰਡਾਂ ਵਿੱਚ ਉੱਤਮ ਦਰਜੇ ਦੇ ਸਮਾਰਟ ਸਕੂਲ ਜਿਹੜੇ ਆ ਉਹ ਬਣਾਏ ਜਾਣਗੇ। ਸੋ ਕੁਝ ਗੱਲਾਂ ਇਹ ਮੋਟੇ ਤੌਰ ਤੇ ਇਹਦੇ ਵਿੱਚ ਆ ਜਾਂਦੀਆਂ। ਫਿਰ ਆ ਜਾਂਦਾ ਖੇਡਾਂ ਦਾ ਵਿਕਾਸ। ਖੇਡਾਂ ਦੇ ਵਿਕਾਸ ਦੇ ਵਿੱਚ ਇਹਨਾਂ ਨੇ ਮੁੱਖ ਤੌਰ ਤੇ ਕਿਹਾ ਕਿ ਜੇ ਕੋਈ ਓਲੰਪਿਕ ਚ ਜਾਂ ਪੈਰਾ ਓਲੰਪਿਕ ਚ ਜਿੱਤਦਾ, 골ਡ ਮੈਡਲ ਜਿੱਤਣ ਤੇ ਅਸੀਂ 6 ਕਰੋੜ ਦੇਵਾਂਗੇ, ਸਿਲਵਰ ਤੇ 4 ਕਰੋੜ, ਤੇ ਜੇ ਕੋਈ ਕਾਂਸੇ ਦਾ ਤਗਮਾ ਜਿੱਤਦਾ ਉਹਨੂੰ 2.5 ਕਰੋੜ, ਤੇ ਜੇ ਕੋਈ ਪਾਰਟੀਸਪੇਟ ਕਰਦਾ ਹੈ ਉਹਨੂੰ 15 ਲੱਖ। ਇਸੇ ਤਰ੍ਹਾਂ ਏਸ਼ੀਅਨ ਗੇਮਸ, ਪੈਰਾ ਏਸ਼ੀਅਨ ਖੇਡਾਂ, ਕਾਮਨਵੈਲਥ, ਪੈਰਾ ਕਾਮਨਵੈਲਥ, ਵਰਲਡ ਕੱਪ, ਨੈਸ਼ਨਲ ਖੇਡਾਂ, ਰਾਜ ਪੱਧਰੀ ਖੇਡਾਂ, ਸਾਰਿਆਂ ਵਾਸਤੇ ਮਤਲਬ ਕਿ ਇਹਨਾਂ ਨੇ ਕੁਝ ਸਕੀਮਾਂ ਜਿਹੜੀਆਂ ਉਹ ਐਲਾਨੀਆਂ ਨੇ। ਕਬੱਡੀ ਦੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਪੇਂਡੂ ਟੂਰਨਾਮੈਂਟਾਂ ਨੂੰ ਕਹਿੰਦੇ ਕਿ ਵਧਾਵਾ ਦਿੱਤਾ ਜਾਊਗਾ। ਬੱਚਿਆਂ ਦਾ ਖੇਡਾਂ ਪ੍ਰਤੀ ਰੁਝਾਨ ਵਧਾਉਣ ਲਈ ਪਿੰਡ ਦੇ ਪੱਧਰ ਤੇ ਖੇਡਾਂ ਦੇ ਮੈਦਾਨ ਵਿੱਚ ਵਿਕਾਸ ਕੀਤਾ ਜਾਏਗਾ। ਦੇਖੋ ਇਹ ਭਾਜਪਾ ਦਾ ਮੋਟਾ ਮਤਲਬ ਕਿ ਵਾਅਦਾਨਾਮਾ ਕਹਿ ਲਓ। ਹੁਣ ਇਹਦੇ ਚ ਇੱਕ ਦੋ ਚੀਜ਼ਾਂ ਹੈਗੀਆਂ ਨੇ, ਜੇ ਤੁਸੀਂ ਵਿਚਾਰ ਕਰਨਾ ਹੋਵੇ ਤਾਂ ਇਹਦੇ ਚ ਖੇਡਾਂ ਤੇ ਵੀ ਧਿਆਨ ਦਿੱਤਾ ਗਿਆ, ਔਰ ਜ਼ਿਆਦਾਤਰ ਫੋਕਸ ਜਿਹੜਾ ਆ ਇਹਨਾਂ ਦਾ ਉਹ ਹੈਗਾ ਕਿਸਾਨੀ ਤੇ। ਖੈਰ ਦੂਜੀ ਚੀਜ਼ ਜਿਹੜੀ ਹੈ ਕਿ ਨਰਿੰਦਰ ਮੋਦੀ ਜੀ ਨੇ ਕੀ ਕਿਹਾ। ਨਰਿੰਦਰ ਮੋਦੀ ਜੀ ਨੇ ਵੈਸੇ ਤੁਸੀਂ ਦੇਖੋਗੇ ਤਾਂ ਪੰਜਾਬ ਦੇ ਇੱਥੇ ਲੋਕਾਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ, ਵਰਚੁਅਲ ਰੈਲੀ ਕਰਨ ਤੋਂ ਪਹਿਲਾਂ ਤੁਹਾਨੂੰ ਸ਼ਾਇਦ ਪਤਾ ਲੱਗਿਆ ਹੋਵੇਗਾ ਕਿ ਰਾਜ ਸਭਾ ਦੇ ਵਿੱਚ ਇੱਕ ਸਪੀਚ ਦਿੱਤੀ ਹੈ। ਜੇ ਤੁਸੀਂ ਨਹੀਂ ਸੁਣੀ, ਕਿਉਂਕਿ US ਦੇ ਵਿੱਚ ਹਾਲੇ ਮਾਰਨਿੰਗ ਆ, ਜੇ ਨਹੀਂ ਸੁਣੀ ਤਾਂ ਤੁਸੀਂ ਉਹ ਸੁਣ ਸਕਦੇ ਹੋ। ਤਾਂ ਉਹਦੇ ਵਿੱਚ ਉਹਨਾਂ ਨੇ ਅੱਜ ਕਾਂਗਰਸ ਤੇ ਬਹੁਤ ਜ਼ਬਰਦਸਤ ਹਮਲੇ ਕੀਤੇ ਹੈ ਕਿ ਜੇ ਕਾਂਗਰਸ ਨਾ ਹੁੰਦੀ, ਸਿੱਖਾਂ ਦਾ ਨਰ ਸਿੰਘਾਰ ਨਾ ਹੁੰਦਾ। ਇਹ ਸ਼ਬਦ ਉਹਨਾਂ ਨੇ ਸਦਨ 'ਚ ਖੜ ਕੇ ਇਸਤੇਮਾਲ ਕੀਤਾ ਵਾ। ਜੇ ਕਾਂਗਰਸ ਨਾ ਹੁੰਦੀ, ਜਾਤੀਵਾਦ ਨਾ ਹੁੰਦਾ। ਜੇ ਕਾਂਗਰਸ ਨਾ ਹੁੰਦੀ, ਆਹ ਨਾ ਹੁੰਦਾ। ਮਤਲਬ ਕਿ ਕਾਂਗਰਸ ਨੂੰ ਬਹੁਤ ਜ਼ਿਆਦਾ ਨਿਸ਼ਾਨੇ ਤੇ ਲਿਆ, ਔਰ ਉਸ ਤੋਂ ਬਾਅਦ ਫਿਰ ਸੰਬੋਧਨ ਕੀਤਾ ਵਾ। ਤਾਂ ਉਹਦੇ 'ਚ ਉਹਨਾਂ ਨੇ ਕੀ ਕਿਹਾ, ਮੁੱਖ ਤੌਰ ਤੇ ਕਹਿੰਦੇ ਕਿ ਸਿੱਖ ਪਰੰਪਰਾਵਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਹਮੇਸ਼ਾ ਖੜੀ ਹੈ। ਮੈਂ ਜਲਦੀ ਪੰਜਾਬ ਆਊਂਗਾ। ਫਿਰ ਨਾਲ ਉਹਨਾਂ ਨੇ ਜੋ ਦੋ ਚਾਰ ਹੋਰ ਗੱਲਾਂ ਕਹੀਆਂ ਨੇ ਕਿ ਪੰਜਾਬ 'ਚ ਹਰ ਗਰੀਬ ਨੂੰ ਪੱਕਾ ਘਰ ਦੇਵਾਂਗੇ, ਜਿਵੇਂ ਉਹਦੇ 'ਚ ਆਈ ਗਿਆ। ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥ ਔਰ ਹਥਿਆਰਾਂ ਦੀ ਸਮਗਲਿੰਗ ਹੁੰਦੀ ਹੈ, ਉਹਨੂੰ ਰੋਕਾਂਗੇ। ਨਸ਼ਾ ਮੁਕਤ ਬਣਾਵਾਂਗੇ ਪੰਜਾਬ ਨੂੰ। NDA ਕੋਲ ਨਵੇਂ ਪੰਜਾਬ ਦਾ ਵਿਜ਼ਨ ਹੈ। ਸਾਡਾ ਟੀਚਾ ਪੰਜਾਬ ਨੂੰ ਮਜ਼ਬੂਤ ਕਰਨ ਦਾ ਹੈ, ਔਰ ਅੱਜ ਪੰਜਾਬ ਨੂੰ ਆਧੁਨਿਕਤਾ ਦੀ ਜ਼ਰੂਰਤ ਹੈ। ਤੇ ਇਹ ਕੰਮ ਕਾਂਗਰਸ ਦੇ ਵੱਸ ਦਾ ਨਹੀਂ, ਆਮ ਆਦਮੀ ਪਾਰਟੀ ਦੇ ਵੱਸ ਦਾ ਨਹੀਂ ਹੈ। ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਭ੍ਰਿਸ਼ਟਾਚਾਰੀ ਨਾਲ ਲਿਬੜੇ ਲੀਡਰ ਆ, ਅਸੀਂ ਇਹਨਾਂ ਨੂੰ ਵੀ ਸਬਕ ਸਿਖਾਵਾਂਗੇ। ਤਾਂ ਇਹਦਾ ਮਤਲਬ ਹੈ ਕਿ ਉਹਨਾਂ ਨੇ ਪਹਿਲਾਂ ਹੀ ਮੁੱਢ ਬੰਨ ਦਿੱਤਾ ਸੀਗਾ ਕਿ ਕਾਂਗਰਸ ਨੂੰ ਕਿਸ ਤਰ੍ਹਾਂ ਨਿਸ਼ਾਨੇ ਤੇ ਲੈਣਾ ਹੈ। ਤਾਂ ਖੈਰ ਇਸ ਤੋਂ ਇਲਾਵਾ ਜੇ ਤੁਸੀਂ ਮੰਜੇ ਵਾਲਿਆਂ ਦੀ ਗੱਲ ਕੀਤੀ ਆ, ਮਤਲਬ ਕਿ ਜੋ ਸਾਡਾ ਕਿਸਾਨੀ ਮੋਰਚੇ ਦੇ ਵਿੱਚੋਂ ਨਿਕਲਿਆ ਇੱਕ ਪੋਲੀਟੀਕਲ ਵਿੰਗ ਆ, ਤਾਂ ਉਹਦੇ ਵਿੱਚ ਕੀ ਹੈ ਕਿ ਉਹ ਵੀ ਤਕਰੀਬਨ, ਉਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ, ਜ਼ਿਆਦਾਤਰ ਉਹ ਕਿਸਾਨੀ ਤੇ ਕੇਂਦਰਿਤ ਰਹਿਣਗੇ। ਬਹਰਹਾਲ ਉਹਨਾਂ ਨੇ ਵੱਡੇ ਵਾਅਦੇ ਕੀਤੇ ਨੇ। ਮਤਲਬ ਕਿ ਤੁਸੀਂ ਦੇਖੋਗੇ ਕਿ ਅਸੀਂ ਕਿਸਾਨ ਦੀ ਮਤਲਬ ਕਿ ਹਰੇਕ ਕਿਸਾਨ ਦੀ ਜਿਹੜੀ ਹੈ ਉਹ 25,000 ਇਨਕਮ ਕਰ ਦਿਆਂਗੇ। ਮਤਲਬ ਕਿ ਪੱਕੀ ਬੱਜੀ ਜਿਹਨੂੰ ਆਪਾਂ ਕਹਿੰਦੇ ਆ
ਕਿ ਇੱਕ ਬੱਦੀ ਰੁੱਦੀ ਮਿਨੀਮਮ ਇੱਕ ਇਨਕਮ ਅਸੀਂ ਬਣ ਦਿਆਂਗੇ 25,000 ਇਨਕਮ ਕਰਾਂਗੇ। ਫਿਰ ਕਹਿੰਦੇ ਕਿ ਅਸੀਂ ਕੇਂਦਰ ਸਰਕਾਰ ਦੇ ਪਾਸ ਇਹ ਮੁੱਦਾ ਉਠਾਵਾਂਗੇ ਕਿ ਭਾਈ ਅਟਾਰੀ ਵਾਹਗਾ ਬਾਰਡਰ ਜਿਹੜਾ ਖੋਲਿਆ ਜਾਵੇ ਤਾਂ ਕਿ ਸਾਡਾ ਪਾਕਿਸਤਾਨ ਦਾ ਰਾਸਤਾ ਹੁੰਦਿਆ ਵਪਾਰ ਜਿਹੜਾ ਸੈਂਟਰਲ ਏਸ਼ੀਆ ਤੱਕ ਜਾਵੇ। ਫਿਰ ਉਹਨਾਂ ਨੇ ਦਰਿਆਈ ਪਾਣੀਆਂ ਦੀ ਗੱਲ ਕੀਤੀ ਆ। ਫਿਰ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ, ਵੈਸੇ ਚੰਡੀਗੜ੍ਹ ਨਹੀਂ ਮੰਗਿਆ ਉਹਨਾਂ ਨੇ, ਪਰ ਚੰਡੀਗੜ੍ਹ ਦੇ ਵਿੱਚ ਜਿਹੜੀ ਰੇਸ਼ੋ ਆ 60-40 ਵਾਲੀ ਉਹ ਮੰਗੀ ਆ। ਫੈਡਰਲ ਸਟਰਕਚਰ ਦੀ ਗੱਲ ਕੀਤੀ ਆ। ਇੱਥੋਂ ਤੱਕ ਕਿ ਇੱਕ ਨਵਾਂ ਉਹਨਾਂ ਨੇ ਵਾਅਦਾ ਕੀਤਾ ਵਾ ਕਿ ਅਸੀਂ ਮਤਲਬ ਕਿ ਜਿਹੜੇ ਨੁਮਾਇੰਦੇ ਫੇਲ ਹੋ ਜਾਂਦੇ ਲੋਕਾਂ ਦੀ ਕਸੌਟੀ ਤੇ, ਮਤਲਬ ਕਿ ਫਰਜ਼ ਕਰੋ, ਸਪੋਜ਼ ਕਰੋ, ਮੈਂ ਸਰਲ ਢੰਗ ਨਾਲ ਸਮਝਾ ਰਿਹਾ ਤਾਂ ਕਿ ਆਪਣਾ ਟਾਈਮ ਬਚ ਜਾਵੇ। ਮਤਲਬ ਕਿ ਚੁਣਿਆ ਹੋਇਆ ਨੁਮਾਇੰਦਾ ਉਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਦਾ ਤੇ ਲੋਕਾਂ ਕੋਲ ਪਾਵਰ ਹੋਵੇ ਕਿ ਉਹ ਉਹਨੂੰ ਵਾਪਸ ਬੁਲਾ ਸਕਦੇ ਨੇ। ਮਤਲਬ ਕਿ ਅਸੀਂ ਇਸ ਤਰ੍ਹਾਂ ਦਾ ਕਾਨੂੰਨ ਬਣਾਉਣ ਦੀ ਯਤਨ ਕਰਾਂਗੇ। ਫਜ਼ੂਲ ਖਰਚੀ ਜਿਹੜੀ ਹੁੰਦੀ ਆ, ਵਾਹਿਆਤ ਖਰਚੇ, ਤੁਹਾਨੂੰ ਪਤਾ ਹੀ ਹੈ, ਇਹ ਜਿਹੜੇ ਲੋਕ ਉੱਥੇ ਬੈਠੇ ਹੁੰਦੇ ਪਾਵਰ ਦੇ ਵਿੱਚ ਕਰੀ ਜਾਂਦੇ ਆ, ਤਾਂ ਇਹ ਅਸੀਂ ਫਜ਼ੂਲ ਖਰਚੀ ਰੋਕਾਂਗੇ। ਫਿਰ ਸਿੱਖਿਆ ਨਾਲ ਜੁੜਿਆ, ਰੁਜ਼ਗਾਰ ਨਾਲ ਜੁੜਿਆ। ਹਾਲਾਂਕਿ ਉਦਯੋਗ ਪੱਖ ਤੋਂ ਜੇ ਦੇਖੋਗੇ ਤੁਸੀਂ, ਨਿਵੇਸ਼ ਪੱਖ ਤੋਂ ਦੇਖੋਗੇ, ਕੁਝ ਚੀਜ਼ਾਂ ਸਾਫ਼ ਨਹੀਂ ਹੈ, ਕੁਝ ਚੀਜ਼ਾਂ ਉਹਨਾਂ ਨੇ ਬਿਹਤਰੀਨ ਚੁਣੀਆਂ ਨੇ, ਕੁਝ ਚੀਜ਼ਾਂ ਅਸਪਸ਼ਟ ਛੱਡ ਦਿੱਤੀਆਂ ਕਿ ਇਨਵੈਸਟਮੈਂਟ ਕਿੱਥੋਂ ਆਏਗਾ, ਇੰਨੇ ਪੈਸੇ ਵਾਸਤੇ ਇਨਵੈਸਟਮੈਂਟ ਕਿੱਥੋਂ ਆਏਗਾ। ਰੁਜ਼ਗਾਰ ਦੀ ਗੱਲ ਕਰ ਰਹੇ ਨੇ ਪਰ ਰੁਜ਼ਗਾਰ ਕਿਵੇਂ ਨਿਕਲੇਗਾ। ਸੋ ਇਹਨਾਂ ਚੀਜ਼ਾਂ ਦਾ ਤੁਹਾਨੂੰ ਪਤਾ ਪੂਰਾ ਵਿਸਥਾਰ ਨਹੀਂ ਹੁੰਦਾ ਇਹੋ ਜਿਹੇ ਕਰਾਰਨਾਮਿਆਂ 'ਚ, ਇਹੋ ਜਿਹੇ ਵਾਅਦੇਨਾਮਿਆਂ 'ਚ। ਪਰ ਫੈਡਰਲ ਸਟਰਕਚਰ ਤੋਂ ਲੈ ਕੇ ਦਰਿਆਈ ਪਾਣੀਆਂ ਤੱਕ ਦਾ ਮਸਲਾ ਕਿ ਅਸੀਂ ਰਾਈਪੇਰੀਅਨ ਲਾਅ ਦੇ ਹਿਸਾਬ ਦੇ ਨਾਲ ਜੋ ਪੰਜਾਬ ਦੇ ਪਾਣੀਆਂ ਦੀ ਮਾਲਕੀਅਤ ਆ ਉਹਦੀ ਗੱਲ ਕਰਾਂਗੇ। ਸੋ ਇਹ ਮਸਲੇ ਜਿਹੜੇ ਉਹਨਾਂ ਨੇ ਆਪਣੇ ਕਰਾਰਨਾਮੇ 'ਚ ਸ਼ਾਮਲ ਜ਼ਰੂਰ ਕੀਤੇ ਆ। ਸੋ ਗਾਂ ਹੁਣ ਵੇਖੋ ਕਿਸ ਤਰ੍ਹਾਂ ਦਾ ਰਿਸਪੌਂਸ ਮਿਲੇਗਾ। ਪਰ ਜਿਸ ਤਰ੍ਹਾਂ ਦਾ ਜਾਂਦੇ ਸਾਂਝੇ ਰੂਪ 'ਚ ਉੱਥੋਂ ਵੱਧਦੇ ਰੁੱਦੇ ਆਉਂਦੇ, ਆਪਣਾ ਇੱਕ ਪੂਰਾ ਗਰਾਊਂਡ ਤਿਆਰ ਕਰਦੇ, ਬਿਲਕੁਲ ਯੂਨਿਟ ਬਣ ਕੇ ਆਉਂਦੀ। ਮਤਲਬ ਕਿ ਉੱਥੋਂ ਜਿਵੇਂ ਮੰਨ ਲਓ ਇੱਕ ਯੂਨਿਟ ਬਣ ਕੇ ਆਉਂਦੀ, ਯੂਨਿਟੀ ਉਹਦੇ 'ਚ ਦਿਖਾਈ ਦਿੰਦੀ। ਤਾਂ ਮਤਲਬ ਕਿ ਜਿਸ ਤਰ੍ਹਾਂ ਦਾ ਵਿਜ਼ਨ ਸੀਗਾ ਉਹ ਪੂਰਾ ਉਹਨਾਂ ਨੂੰ ਸਾਥ ਮਿਲ ਜਾਂਦਾ ਤੇ ਗੱਲ ਕੁਝ ਹੋਰ ਹੋਣੀ ਸੀ, ਨਜ਼ਾਰਾ ਕੁਝ ਹੋਰ ਹੋਣਾ ਸੀ ਇਸ ਸਿਆਸੀ ਸਿਨੈਰੀਓ ਦਾ। ਜੀ। ਅਗਲੀ ਮਿੱਟੂ ਜੀ ਗੱਲ ਕਰੀਏ, ਅੰਮ੍ਰਿਤਸਰ ਦੇ ਮੇਅਰ ਵੀ ਕਹਿੰਦੇ ਵੀ ਉਹ ਵੀ ਨਿਕਲ ਗਿਆ ਵਿਦੇਸ਼ ਨੂੰ ਜੀ। ਜੀ ਦੇਖੋ, ਅੰਮ੍ਰਿਤਸਰ ਦੇ ਵਿਦੇਸ਼ ਨੂੰ ਗਏ ਜਿਹੜੇ ਮੇਅਰ ਸਾਹਿਬ ਆ, ਅਸਲ ਦੇ ਵਿੱਚ ਪਹਿਲਾਂ ਵੀ ਚਰਚਾ 'ਚ ਰਹੇ ਨਹੀਂ। ਇਹ ਜਿਹੜੇ ਮੇਅਰ ਸਾਹਿਬ ਆ ਨਾ, ਵੈਸੇ ਇਧਰ ਤੁਹਾਡੇ ਪੱਛਮ ਦੇ ਦੇਸ਼ਾਂ ਦੇ ਵਿੱਚ ਜੇ ਲਾਈਏ, ਯੂਐਸ ਦੇ ਵਿੱਚ ਲਾਈਏ, ਮੇਅਰ ਦੀ ਬੜੀ ਮੁੱਕਤ ਹੁੰਦੀ ਹੈ। ਇੱਥੇ ਸਾਡੇ ਬਹੁਤੇ ਲੋਕਾਂ ਨੂੰ ਤੇ ਪਤਾ ਨਹੀਂ ਹੋਣਾ ਮੇਅਰ ਦਾ ਕੀ ਕੰਮ ਹੈ। ਅਗਲਾ ਕਹਿੰਦਾ ਕਿ ਤੂੰ ਡੀਸੀ ਲੱਗਾ ਯਾਰ, ਪਰ ਉਹ ਮੇਅਰ ਹੋਏਗਾ ਤੇ ਆਪਦੇ ਘਰ ਹੋਏਗਾ, ਮਤਲਬ ਕਿ ਬਹੁਤਾ ਪਤਾ ਨਹੀਂ ਹੈ। ਤਾਂ ਤੁਹਾਡੇ ਇੱਧਰਲੇ ਜਿਹੜੇ ਨਿਜ਼ਾਮ ਨੇ ਉਹਨਾਂ ਦੇ ਵਿੱਚ ਮੇਅਰ ਬਹੁਤ ਮਹੱਤਵਪੂਰਨ ਹੁੰਦਾ ਹੈ। ਚੰਡੀਗੜ੍ਹ ਦਾ ਮੇਅਰ ਵੀ ਬਹੁਤ ਵੱਡਾ ਹੁੰਦਾ ਹੈ, ਪਰੰਤੂ ਇੱਧਰ ਪੰਜਾਬ ਦੇ ਵਿੱਚ ਜਿੰਨੇ ਵੱਡੇ ਸ਼ਹਿਰ ਆ ਮੇਅਰ, ਉਹ ਮਤਲਬ ਛੋਟੇ ਸ਼ਹਿਰਾਂ 'ਚ ਉਹਨਾਂ ਦਾ ਪਤਾ ਨਹੀਂ ਹੁੰਦਾ ਇੰਨਾ ਕਿ ਉਹ ਕਿੰਨੀ ਵੱਡੀ ਪੋਸਟ ਹੈ ਜਾਂ ਕਿੰਨਾ ਵੱਡਾ ਅਹੁਦਾ ਹੈ। ਤਾਂ ਖੈਰ ਦੇਖੋ, ਜਿਹੜਾ ਇਹ ਮੇਅਰ ਸਾਹਿਬ ਦਾ ਵਿਦੇਸ਼ ਦੌਰਾ ਇਹ ਪਤਾ ਲੱਗ ਨਹੀਂ ਸਕਿਆ। ਉਹ ਜਿਵੇਂ ਗਾਣਾ ਸੀ ਨਾ, ਚੰਨਾ ਵੇ ਚੰਨ ਕਿਹੜੇ ਵੇਲੇ ਚੜ੍ਹਦਾ ਹੀ ਤੇਰੇ ਦੇਸ, ਇਹ ਚੰਨ ਹੁਣ ਪਤਾ ਨਹੀਂ ਕਿਹੜੇ ਦੇਸ਼ ਚੜਿਆ ਵਾ, ਹਾਲੇ ਕੁਝ ਸਾਫ਼ ਨਹੀਂ ਹੋ ਰਿਹਾ ਕਿ ਉਹ ਕਿੱਥੇ ਗਏ ਨੇ, ਕਿੱਥੇ ਆਏ ਨੇ। ਤਾਂ ਇਹ ਜ਼ਰੂਰ ਆ ਕਿ ਉਹ ਅੰਮ੍ਰਿਤਸਰ ਤੋਂ ਚਾਲੇ ਪਾ ਚੁੱਕੇ ਆ। ਇਹਦਾ ਕਾਰਨ ਇਹ ਹੈ ਕਿ ਦੇਖੋ 12 'ਚ ਉਹਨਾਂ ਨੇ ਇਲੈਕਸ਼ਨ ਲੜਿਆ ਸੀਗਾ, ਹਾਰ ਗਏ। 17 'ਚ ਟਿਕਟ ਨਹੀਂ ਮਿਲੀ, ਫਿਰ ਅਮਰਿੰਦਰ ਸਿੰਘ ਦੇ ਨਾਲ ਨਜ਼ਦੀਕੀਆਂ ਸੀ, ਸਾਰਾ ਕੁਝ ਸੈਟਅਪ ਹੋ ਗਿਆ। ਉਸ ਤੋਂ ਬਾਅਦ ਫਿਰ ਨਵਜੋਤ ਸਿੰਘ ਸਿੱਧੂ ਆ ਗਿਆ। ਨਵਜੋਤ ਸਿੰਘ ਸਿੱਧੂ ਨਾਲ ਬਣੀ ਨਹੀਂ ਹੈ, ਨਵਜੋਤ ਸਿੰਘ ਸਿੱਧੂ ਨਾਲ ਪੱਟੀ ਨਹੀਂ ਹੈ। ਹੁਣ ਨਵਜੋਤ ਸਿੰਘ ਸਿੱਧੂ ਦੇਖੋ ਮੇਅਰ, ਜਿਵੇਂ ਮੈਂ ਕਿਹਾ ਕਿ ਬਹੁਤ ਮਹੱਤਵਪੂਰਨ ਹੁੰਦਾ, ਜਿਵੇਂ ਤੁਹਾਡੇ ਇੱਧਰ ਨਿਜ਼ਾਮ ਦੇ ਵਿੱਚ ਹੈ, ਮੇਅਰ ਦੇ ਨਿਗਰਾਨੀ ਹੇਠ ਹੀ ਤਾਂ ਸਾਰੇ ਡਿਵੈਲਪਮੈਂਟ ਦੇ ਕਾਰਜ ਹੋਏ ਹੁੰਦੇ ਨਾ ਕਿਸੇ ਵੀ ਵੱਡੀ ਸਿਟੀ ਦੇ। ਤਾਂ ਉਹਦੇ ਮਤਲਬ ਕਿ ਇਲਾਕੇ ਦੇ ਵਿੱਚ ਜਾਂ ਕਹਿ ਲਓ ਸ਼ਹਿਰ ਦੇ ਵਿੱਚ, ਸਿਟੀ ਦੇ ਵਿੱਚ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਹੋਏ ਆ, ਉਹਦੇ ਆਧਾਰ ਤੇ ਮੇਅਰ ਦਾ ਵੀ ਕੰਮ ਕੀ ਹੈ ਕਿ ਉਹ ਕਹੇ ਕਿ ਜਿੰਨੇ ਵੀ ਸਾਡੇ ਐਮਐਲਏ ਨੇ ਇਸ ਖੇਤਰ ਦੇ ਵਿੱਚ, ਜਿੰਨੇ ਵੀ ਐਮਐਲਏ ਪੈਂਦੇ ਨੇ, ਚੋਣ ਹਲਕੇ ਪੈਂਦੇ, ਭਾਈ ਸਾਰੇ ਜਿਤਾਓ। ਤਾਂ ਉਹ ਸਾਈਡ ਤੇ ਹੋ ਗਿਆ। ਤਾਂ ਮਤਲਬ ਕੀ ਹੈ ਇਹਦਾ? ਮਤਲਬ ਕੁਛ ਹੋਰ ਵੀ ਨਿਕਲਦਾ ਹੈ ਕਿ ਨਵਜੋਤ ਸਿੰਘ ਸਿੱਧੂ ਨਾਲ ਬਣਦੀ ਨਹੀਂ ਸੀ। ਨਵਜੋਤ ਸਿੰਘ ਸਿੱਧੂ ਹੈ ਜਿਹੜੇ, ਉਹ ਇੱਕ ਟਫ ਫਾਈਟ ਦੇ ਵਿੱਚ ਇਸ ਵੇਲੇ ਉਲਝੇ ਹੋਏ ਆ। ਤੇ ਭਾਈ ਫਿਰ ਤੁਸੀਂ ਸਮਝੋ ਕਿ ਮਾਮਲਾ ਕੀ ਹੈ।
ਕੁਛ ਨਾ ਕੁਛ ਤੇ ਨਜ਼ਰ ਆਉਂਦਾ ਹੈ ਨਾ। ਦੂਜੇ ਪਾਸੇ ਜੇ ਤੁਸੀਂ ਦੇਖੋਗੇ ਹੋਰ ਵੀ ਕੁਛ ਨਜ਼ਰ ਆ, ਉਹਦੀ ਸੁਪਤਨੀ ਬੋਲ ਪਈ, ਕਹਿੰਦੀ ਕਿ ਚੰਨੀ ਇਸ ਅਹੁਦੇ ਦੇ ਮਤਲਬ ਕਿ ਜਿਹੜਾ ਸੀਐਮ ਫੇਸ ਲਾਣੇ ਇਹਦੇ ਸਮਰੱਥ ਨਹੀਂ ਹੈਗਾ। ਸੱਚ ਇਹ ਆ ਕਿ ਮੇਰਾ ਸਿੱਧੂ ਹੈ ਨਾ ਜਿਹੜਾ ਉਹ ਕਾਬਲ ਹੈ, ਮੇਰਾ ਸਿੱਧੂ ਹੈ ਜਿਹੜਾ, ਸਾਡੇ ਵਾਲਾ ਸਿੱਧੂ ਜਿਹੜਾ, ਹੁਣ ਐ ਤੇ ਨਹੀਂ ਕਿਹਾ ਹੋਣਾ, ਨਵਜੋਤ ਸਿੱਧੂ ਹੀ ਕਿਹਾ ਹੋਏਗਾ ਵੀ ਇਹ ਸਾਡੇ ਵਾਲਾ ਜਿਹੜਾ ਉਹ ਵਧੀਆ ਸੀਗਾ ਤੇ ਰਾਹੁਲ ਗਾਂਧੀ ਨੂੰ ਗੁੰਮਰਾਹ ਕੀਤਾ ਵਾ। ਤੇ ਤੁਹਾਨੂੰ ਇਸ ਗੱਲ ਦਾ ਇਲਮ ਹੋਏਗਾ ਕਿ ਜਦੋਂ ਇਹ ਬੀਬੀ ਬੋਲਦੀ ਹੈ ਨਾ, ਉਹਦੇ ਵਿੱਚੋਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿੱਧੂ ਬੋਲਦਾ ਜਿਹੜਾ ਡਾਇਰੈਕਟਲੀ ਉਹ ਨਹੀਂ ਬੋਲ ਸਕਦਾ। ਤੇ ਇਹਦਾ ਮਤਲਬ ਇਹ ਹੈ ਜਿਵੇਂ ਉਹ ਕਹਿੰਦੇ ਹੁੰਦੇ ਨਾ, ਗਾਣਾ ਗਾਉਂਦੇ ਹੁੰਦੇ ਮੁੰਡੇ, ਪਾਰਟੀ ਤੋਂ ਵੀ ਸ਼ੁਰੂ ਹੋਈ ਹੈ। ਤੇ ਮੈਨੂੰ ਲੱਗਦਾ ਇਹ ਕਾਂਗਰਸੀ ਤੇ ਕਹਿੰਦੇ ਸੀ ਕਿ ਗੱਲ ਖਤਮ ਹੋ ਗਈ ਆ, ਲੱਗਦਾ ਤੇ ਇਹ ਹੈ ਕਿ ਪਾਰਟੀ ਤੋਂ ਵੀ ਸ਼ੁਰੂ ਹੋਈ ਹੈ, ਜਿੱਥੇ ਗੱਲਬਾਤ ਸ਼ੁਰੂ ਹੋਈ ਆ। ਤਾਂ ਨਵਜੋਤ ਸਿੰਘ ਸਿੱਧੂ ਦੀ ਸੁਪੱਤਰੀ ਦਾ ਬੋਲਣਾ, ਕਿਉਂਕਿ ਅਸੀਂ ਲੰਬੇ ਸਮੇਂ ਤੋਂ ਫੋਲੋ ਕਰਦੇ ਹਾਂ ਰਾਜਨੀਤੀ ਨੂੰ, ਤਾਂ ਜਦੋਂ ਵੀ ਬੀਬੀ ਇਸ ਤਰ੍ਹਾਂ ਦਾ ਬਿਆਨ ਦਿੰਦੀ ਹੈ ਨਾ, ਉਸ ਤੋਂ ਬਾਅਦ ਸਿੱਧੂ ਵੀ ਫਿਰ ਹੌਲੀ 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 ਖੁੱਲ ਕੇ ਮੈਦਾਨ ਚ ਆਉਣਾ ਸਟਾਰਟ ਕਰ ਦਿੰਦਾ। ਪਰ ਇੱਥੇ ਨਵਜੋਤ ਸਿੰਘ ਸਿੱਧੂ ਬਾਰੇ ਇਹ ਵੀ ਚਰਚਾ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕੁਝ ਮਹੱਤਵਪੂਰਨ ਮੰਤਰਾਲੇ ਦੇਣ ਦਾ ਵਾਅਦਾ ਕਰਕੇ ਮਨਾਇਆ ਗਿਆ। ਭਾਈ ਜੇ ਅਸੀਂ ਆਏ ਲੇਕਰ ਨਾਲ ਜੁੜੀ ਜਿਹੜੀ ਤੂੰ ਲਿਆਣੀ ਹੈ ਪਾਲਿਸੀ, ਤਾਂ ਤੈਨੂੰ ਐਕਸਾਈਜ਼ ਦੇ ਦੇਵਾਂਗੇ, ਤੈਨੂੰ ਹੋਰ ਇਸ ਤਰ੍ਹਾਂ ਦੇ ਮਹਿਕਮੇ ਦੇ ਦੇਵਾਂਗੇ, ਮਾਈਨਿੰਗ ਵਾਲਾ ਦੇ ਦੇਵਾਂਗੇ ਕਿ ਬਣਾਈ ਚੱਲ ਕਾਨੂੰਨ ਤੇ ਲਾਗੂ ਕਰੀ ਚੱਲ, ਪੰਜਾਬ ਮਾਡਲ ਜਿਹੜਾ ਆਪਣਾ ਕੱਢ ਦੇ, ਗੁੱਪ ਗਵਾਰ ਕੱਢ ਲਾ। ਸੋ ਦੂਸਰੇ ਪਾਸੇ ਤੋਂ ਇਹ ਵੀ ਖਬਰ ਆ ਰਹੀ ਹੈ, ਪਰ ਬੀਬੀ ਸਿੱਧੂ ਦੀ ਇਹ ਜਿਹੜੀ ਟਿੱਪਣੀ ਸੀ ਨਾ, ਉਹ ਬੜੀ ਅੱਜ ਚਰਚਿਤ ਰਹੀ ਹੈ ਸਾਰਾ। ਜੀ ਜੀ ਬਿਲਕੁਲ। ਤੇ ਅਗਲੀ ਮਿੰਟ ਜੀ ਗੱਲ ਕਰੀਏ, ਛਤਰਪਤੀ ਹੋਣਾ ਦਾ ਐਲਾਨ ਆ ਵੀ ਡੇਰਾ ਮੁਖੀ ਦੀ ਫਰਲੋ ਖਿਲਾਫ ਕੋਰਟ ਵਿੱਚ ਜਾਵਾਂਗੇ। ਹਾਂਜੀ ਦੇਖੋ, ਛਤਰਪਤੀ ਉਰੇ ਜਾ ਸਕਦੇ ਆ, ਦੇਖੋ ਉਹਨਾਂ ਦੇ ਕੋਲ ਅਧਿਕਾਰ ਹੈ, ਉਹਨਾਂ ਦੇ ਕੋਲ ਅਧਿਕਾਰ ਹੈ। ਔਰ ਸਿੱਧੇ ਤੌਰ ਤੇ ਇੱਕ ਚੀਜ਼ ਤੇ ਸਾਫ਼ ਆ, ਮੈਂ ਬਾਰ-ਬਾਰ ਕਹਾਂਗਾ ਔਰ 1000 ਵਾਰ ਕਹਾਂਗਾ ਕਿ ਫਰਲੂ ਜਿਹੜੀ ਹੈ ਉਹ ਇਸ ਤਰ੍ਹਾਂ ਨਹੀਂ ਹੋਇਆ ਕਿ ਫਰਲੂ ਮਤਲਬ ਉਹਨੇ ਜਾ ਕੇ ਅਰਜ਼ੀ ਫੜਾਈ, ਸੁਪਰੀਡੈਂਟ ਨੇ ਦੇਖੀ ਤੇ ਤਰਸ ਦੇ ਆਧਾਰ ਤੇ ਕਿਹਾ ਕਿ ਜਾ ਕਾਕਾ 4 ਦਿਨ ਘੁੰਮ ਫਿਰਿਆ। ਐਸਾ ਨਹੀਂ ਹੋਇਆ, ਐਸਾ ਨਹੀਂ ਹੋਇਆ। ਬਕਾਇਦਾ ਗਰਾਊਂਡ ਤਿਆਰ ਕੀਤਾ ਗਿਆ, ਪਹਿਲਾਂ 8 ਘੰਟਿਆਂ ਦੀ ਉਹਨੂੰ ਇੱਕ ਆਰਜ਼ੀ ਪੈਰੋਲ ਦਿੱਤੀ ਗਈ, ਮਤਲਬ ਸਾਰਾ ਕੁਝ ਦੇਖਿਆ ਗਿਆ, ਜਨਤਾ ਦਾ ਰਿਐਕਸ਼ਨ ਦੇਖਿਆ ਗਿਆ, ਫਿਰ ਇੱਕ ਮੌਕਾ ਚੁਣਿਆ ਗਿਆ। ਔਰ ਜੇ ਤੁਸੀਂ ਦੇਖੋਗੇ ਤਾਂ ਅੱਜ ਦੀ ਤਾਰੀਖ ਦੇ ਵਿੱਚ ਜਿਵੇਂ ਅੱਜ ਮਾਇਆਵਤੀ ਜੀ ਨੇ ਰੈਲੀ ਕੀਤੀ ਹੈ, ਸੁਖਬੀਰ ਸਿੰਘ ਬਾਦਲ ਹੋ ਰਹੀ ਹੈ, ਜਾਂ ਹੋਰ ਲੀਡਰ ਚੰਨੀ ਦਾ ਸੀਐਮ ਫੇਸ ਐਲਾਨਿਆ ਜਾਣਾ, ਇਹ ਇੱਕ ਚੀਜ਼ ਦਾ ਸੰਕੇਤ ਹੈ ਕਿ ਇਸ ਟਾਈਮ ਨਾਰੋਵਾਰ ਜਿਹੜੀ ਹੋ ਰਹੀ ਹੈ ਉਹ ਦੋ ਤਬਕਿਆਂ ਦੀ ਵੋਟ ਨੂੰ ਲੈ ਕੇ ਬਹੁਤ ਜ਼ਿਆਦਾ ਹੋ ਰਹੀ ਹੈ, ਕਿ ਐਸੀ ਵੋਟ ਨੂੰ ਲੈ ਕੇ ਪੰਜਾਬ ਦੇ ਵਿੱਚ ਉਰੇ, ਔਰ ਦੂਸਰੀ ਹਿੰਦੂ ਵੋਟ ਨੂੰ ਲੈ ਕੇ। ਇਹ ਮਾਰਾਮਾਰ ਬਹੁਤ ਚੱਲ ਰਹੀ ਹੈ। ਜੱਟ ਵੋਟ ਮਤਲਬ ਕਿ ਉਹ ਤੇ ਹਿੱਸਿਆਂ ਚ ਹਿੰਦਸਿਆਂ ਚ ਵੰਡਿਆ ਜਾ ਚੁੱਕਿਆ ਵਾ, ਔਰ ਉਹਨੂੰ ਇਕੱਠਿਆਂ ਕੀਤਾ ਹੀ ਨਹੀਂ ਜਾ ਸਕਦਾ। ਸਿੱਧੂ ਵਾਸਤੇ ਹੀ ਮਾਈਨਸ ਪੁਆਇੰਟ ਰਿਹਾ, ਕਿਉਂਕਿ ਦੇਖੋ ਜਿਹੜੀ ਇਹ ਹੁੰਦੀ ਹੈ ਨਾ ਸੋਸ਼ਲ ਇੰਜੀਨੀਅਰਿੰਗ ਬੋਲਦੇ ਆ ਇਹਨੂੰ ਰਾਜਨੀਤੀ ਚ। ਅਸੀਂ ਭਾਵੇਂ ਵਿਰੋਧੀ ਹੋਈਏ, ਜੋ ਮਰਜ਼ੀ ਹੋਈਏ, ਪਰ ਰਾਜਨੀਤੀ ਹਮੇਸ਼ਾ ਇਹ ਚੀਜ਼ਾਂ ਗਿਣ ਮਿਲ ਕੇ ਚੱਲਦੀ ਹੈ। ਤਾਂ ਬਹਰਹਾਲ ਜੇ ਤੁਸੀਂ ਡੇਰੇ ਵਾਲੀ ਇਹ ਸਾਰੀ ਦੇਖੋਗੇ, ਘਟਨਾਕ੍ਰਮ ਦੀ ਸਾਰੀ ਸਿਲਸਿਲੇਵਾਰ ਕਹਾਣੀ ਦੇਖੋਗੇ, ਇਹ ਵੀ ਨਜ਼ਰ ਆਉਂਦਾ ਹੈ ਕਿਉਂਕਿ ਡੇਰੇ ਦੇ ਨਾਲ ਗਰੀਬ ਤਬਕਾ ਵੀ ਬਹੁਤ ਜੁੜਿਆ ਹੋਇਆ ਪੰਜਾਬ। ਜ਼ਿਆਦਾਤਰ ਜੇ ਤੁਸੀਂ ਦੇਖੋਗੇ ਇਹਨਾਂ ਡੇਰਿਆਂ ਦੀ ਜਿਹੜੀ ਹੁੰਦੀ ਹੈ ਫੋਲੋਇੰਗ ਹੁੰਦੀ ਹੈ, ਉਹ ਗਰੀਬ ਤਬਕੇ ਚ ਹੁੰਦੀ ਹੈ, ਪੈਰੋਕਾਰ ਤਾਂ ਗਰੀਬ ਤਬਕੇ ਦੀ ਹੁੰਦੀ ਹੈ ਜ਼ਿਆਦਾ। ਖੈਰ ਹੁਣ ਦੇਖੋ ਗਰੀਬ ਤਬਕੇ ਵਾਲੀ ਉਹ ਜਿਹੜੀ ਪੈਰੋਕਾਰਤਾ ਹੈ ਕਿ ਉਹ ਵੋਟ ਚ ਤਬਦੀਲ ਹੁੰਦੀ ਹੈ ਕਿ ਨਹੀਂ, ਮਤਲਬ ਕਿ ਵੋਟ ਦਾ ਹਿੱਸਾ ਵੰਡਾਉਣ ਵਾਸਤੇ ਭਾਜਪਾ ਵੀ ਉਸ ਲਾਈਨ ਚ ਲੱਗ ਗਈ ਜਿੱਥੇ ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਜਾਂ ਹੋਰ ਦੂਸਰੇ ਨੇ, ਅਕਾਲੀ ਦਲ ਅਤੇ ਬਸਪਾ ਦਾ ਚੋੜ ਵਗੈਰਾ ਵਗੈਰਾ, ਮਤਲਬ ਜੇ ਕੋਈ ਹੋਰ ਵੀ ਹੈ ਉਹਨੂੰ ਵੀ ਵਿੱਚ ਰੱਖ ਲਓ, ਤਾਂ ਭਾਜਪਾ ਵੀ ਉਸ ਕਤਾਰ ਚ ਲੱਗੀ ਹੈ। ਹੁਣ ਜਿੱਥੋਂ ਤੱਕ ਸਵਾਲ ਹੈ ਕਿ ਛਤਰਪਤੀ ਜਿਹੜੇ ਕਿ ਬਹੁਤ ਵੱਡੇ ਜਰਨਲਿਸਟ ਸੀਗੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੱਥਾ ਲਾਇਆ ਇਹਨਾਂ ਦੇ ਨਾਲ ਔਰ ਆਪਣੀ ਜਾਨ ਤੋਂ ਹੱਥ ਧੋ ਗਏ, ਉਹਨਾਂ ਦੇ ਬੇਟੇ ਜਿਹੜੇ ਆ ਛਤਰਪਤੀ, ਮੈਂ ਤੁਹਾਨੂੰ ਇੰਟਰਸਟਿੰਗ ਚੀਜ਼ ਦੱਸਾਂ ਕਿ ਜਿਹੜੇ ਛਤਰਪਤੀ ਸੀ ਉਹਨਾਂ ਦਾ ਪੰਜਾਬ ਨਾਲ ਬੜਾ ਗੂੜਾ ਰਿਸ਼ਤਾ ਸੀ, ਯਾਨੀ ਕਿ ਇਹ ਵੀ ਕਹਿ ਸਕਦੇ ਆ ਕਿ ਉਹ ਪੰਜਾਬ ਦੇ ਪ੍ਰਾਹੁਣੇ ਸਨ। ਅਸਲ ਦੇ ਵਿੱਚ ਛਤਰਪਤੀ ਜੀ ਦੇ ਸਹੁਰੇ ਜਿਹੜੇ ਸੀ ਫਿਰੋਜ਼ਪੁਰ ਸਨ, ਯਾਨੀ ਅੰਸ਼ੂਰਾ ਦੇ ਜਿਹੜੇ ਨਾਨਕੇ ਆ ਉਹ ਪੰਜਾਬ ਦੇ ਵਿੱਚ ਨੇ। ਔਰ ਦੂਜੀ ਗੱਲ ਕਿ ਉਹਨਾਂ ਨੂੰ ਪੰਜਾਬ ਚੋਂ ਜਾ ਕੇ ਬਹੁਤ ਸਾਰੇ ਲੀਡਰ ਨਾ ਸਿਰਫ ਡਰਾਉਂਦੇ ਰਹੇ ਬਲਕਿ ਲਾਲਚ ਦਿੰਦੇ ਰਹੇ। ਮੈਂ ਅੱਜ ਤੋਂ ਕਈ ਸਾਲ ਪਹਿਲਾਂ ਇੰਟਰਵਿਊ ਕੀਤੀ ਸੀ ਇੱਕ ਉਹਨਾਂ ਦੀ, ਤੇ ਉਹ ਦੱਸ ਰਹੇ ਸਨ, ਅੱਜ ਵੀ ਦੱਸਦੇ ਨੇ ਇਹ ਗੱਲਾਂ
ਉਹ ਕੋਈ ਲੁਕਾਉਂਦੇ ਨਹੀਂ ਇਹਨਾਂ ਚੀਜ਼ਾਂ ਨੂੰ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਉਹ ਦੇਖ ਰਹੇ ਨੇ ਕਿ ਜੋ ਹੋ ਰਿਹਾ ਪੰਜਾਬ ਦੀ ਇਲੈਕਸ਼ਨ ਦੇ ਮੱਦੇਨਜ਼ਰ ਜਾਂ ਕੁਝ ਸੀਟਾਂ ਜਿਹੜੀਆਂ यूपी च वो भी डेरे के प्रभावित है, तो उन्होंने वास्ते जिहड़ी फरलो तैयार की गई है तो वो मन बना रहे हैं कि असीं चैलेंज करांगे, ऐलान कर रहे हैं। बट मेरे ख्याल दे नाल देखो गल की है कि 21 दिन की हैगी है फरलो 21 दिन की, ते 2 दिन ते अज बीत गए, तीजे चौथे दिन पटीशन तैयार होई लगे, 1-2 सुनवाइयां पईयां, तद तक पटीशन जिहड़ी पूरी होएगी उदों तक ਜਿਹੜਾ ਡੇਰੇ ਵਾਲਾ ਹੈ ਉਹ ਫਰਲੋ ਦੇ ਨਜ਼ਾਰੇ ਲੁੱਟ ਚੁੱਕਾ ਹੋਏਗਾ। ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਜਿਵੇਂ ਹੋਇਆ ਸੀ ਨਾ ਰਾਜ ਬਰਾੜ ਦਾ, ਹੁਣ ਪਤਾ ਨਹੀਂ ਕੀ ਬਣੇਗਾ ਕੀ ਨਹੀਂ ਬਣੇਗਾ, ਪਰ ਉਹ ਨਜ਼ਾਰੇ ਲੈ ਲਏਗਾ 21 ਦਿਨ ਦੇ। ਉਸ ਤੋਂ ਬਾਅਦ ਮੰਨ ਲਓ ਜੇ ਹੁੰਦੀ ਵੀ ਸਮਾਈ ਚ, ਤੁਹਾਨੂੰ ਪਤਾ ਹੀ ਹੈ ਉਹ ਆਂਦੇ ਹੁੰਦੇ ਆ ਕਿ ਕੋਠਾ ਉਸਰਿਆ ਤੇ ਤਰਖਾਣ ਵਿਸਰਿਆ, ਫਿਰ ਕਿਹਨੇ ਪੁੱਛਣਾ ਆਇਆ, ਕਿਹਨੇ ਦੱਸਣਾ ਆਇਆ। ਸੋ ਇਹ ਹੈ ਕਹਾਣੀ ਅਸਲ ਦੇ ਵਿੱਚ, ਕਿਉਂਕਿ ਫਰਲੋ ਇੱਕ ਵਾਰੀ ਉਹ ਮਿਲਦੀ ਹੁੰਦੀ ਆ ਕੈਦੀ ਨੂੰ, 1 ਸਾਲ ਚ ਫਰਲੋ ਇੱਕ ਵਾਰੀ ਉਹ ਮਿਲਦੀ ਹੁੰਦੀ ਆ, ਫਿਰ ਉਹ ਫਰਲੋ ਦਾ ਹੱਕਦਾਰ ਹੋਏਗਾ ਜਾ ਕੇ 2023 ਦੇ ਵਿੱਚ। ਸੋ 2022 ਉਦੋਂ ਤੱਕ ਇਲੈਕਸ਼ਨ ਵੀ ਨੇਪਰੇ ਚੜ ਜਾਊਗਾ। ਸੋ ਮਤਲਬ ਕਿ ਜਿੱਦਾਂ ਕਹਿੰਦੇ ਹੁੰਦੇ ਆ ਨਾ ਕਿ ਬਲਦ ਭੁੱਖਾ ਸੀ ਤੇ ਤੂੜੀ ਗਿੱਲੀ ਸੀ, ਦੋਵਾਂ ਧਿਰਾਂ ਨੂੰ ਜ਼ਰੂਰਤ ਸੀ। ਪਰ ਜੇ ਚੈਲੰਜ ਹੁੰਦਾ ਵੀ ਹੈ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਹੱਦ ਤੱਕ ਕਹਿ ਲਓ ਕਿ ਉਹ ਖੁੱਲੀ ਫਿਜ਼ਾ ਦੇ ਵਿੱਚ ਰੌਣਕ ਮੇਲਾ ਦੇਖ ਜਾਏਗਾ। ਜੀ ਜੀ ਜੀ। ਅਗਲੀ ਮਿੰਟ ਜੇ ਗੱਲ ਕਰੀਏ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗੁਰੂ ਨਾਨਕ ਦੇਵ ਜੀ ਬਾਰੇ ਤੱਥ ਤੋੜ ਮਰੋੜ ਕੇ ਕੀਤੇ ਗਏ ਪੇਸ਼। ਦੇਖੋ ਇਹ ਹਰੇਕ ਸਾਲ ਆਪਾਂ ਨੂੰ ਤਕਰੀਬਨ 1, 2, 3, 4 ਪਤਾ ਨਹੀਂ ਕਿੰਨੇ ਵਿਵਾਦ ਆਪਾਂ ਨੂੰ ਇਹ ਨਜ਼ਰ ਹੀ ਪੈਂਦੇ ਆ ਜਦੋਂ ਇਤਿਹਾਸ ਦੀ ਤੋੜ ਮਰੋੜ ਦੇ ਦੋਸ਼ ਲੱਗਦੇ ਆ, ਵਿਵਾਦ ਹੁੰਦੇ ਆ। ਅੱਜ ਤੋਂ 2-3 ਸਾਲ ਪਹਿਲਾਂ ਵੀ ਮੇਰੇ ਖਿਆਲ ਦੇ ਨਾਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ ਤੇ ਬਹੁਤ ਜ਼ਿਆਦਾ ਰੌਲਾ ਪਿਆ ਸੀ, ਉਹ ਵਾਪਸ ਵੀ ਲੈਣੀਆਂ ਪਈਆਂ ਸੀ। ਤੁਹਾਨੂੰ ਯਾਦ ਹੋਵੇਗਾ ਆਈਓ ਸਰਕਾਰ ਚੱਲਦੀ ਸੀ ਜਿਹੜੀ ਕਾਂਗਰਸ ਵਾਲੀ, ਇਸੇ ਸਰਕਾਰ ਦੇ ਵਿੱਚ ਹੀ ਸੀ। ਤੇ ਹੁਣ ਦੇਖੋ ਇਹ ਮਾਮਲਾ ਮਨਜਿੰਦਰ ਸਿੰਘ ਸਿਰਸਾ ਨੇ ਚੁੱਕਿਆ, ਵੈਸੇ ਤਾਂ 2-3 ਦਿਨ ਤੋਂ ਚੱਲ ਰਿਹਾ ਸੀ, ਪਰ ਮਨਜਿੰਦਰ ਸਿੰਘ ਸਿਰਸਾ ਆਪਣਾ ਉਹ ਸਮਾਂ ਭੁੱਲ ਜਾਂਦੇ ਆ ਕਿ ਤੁਹਾਨੂੰ ਯਾਦ ਹੀ ਹੈ ਗੁਰੂ ਵਿਲਾਸ ਪਾਤਸ਼ਾਹੀ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਵਿਵਾਦਤ ਪੁਸਤਕਾਂ ਸੀ ਉਹਨਾਂ ਬਾਰੇ ਕਦੇ ਨਹੀਂ ਬੋਲਦੇ। ਪਰ ਹੁਣ ਤੇ ਬੋਲ ਵੀ ਪੈਣ ਦੇ, ਹੁਣ ਕੋਈ ਚੱਕਰ ਨਹੀਂ ਹੈ ਕਿਉਂਕਿ ਹੁਣ ਅਕਾਲੀ ਦਲ ਬਾਦਲ ਛੱਡ ਚੁੱਕੇ ਨੇ। ਤਾਂ ਬਹਰਾਲ ਚਲੋ ਮੁੱਦਾ ਚੁੱਕਿਆ ਇਹਨਾਂ ਨੇ, ਠੀਕ ਚੁੱਕਿਆ, ਕਿਉਂਕਿ ਇਹਦੇ ਵਿੱਚ ਦੇਖੋ ਮੈਂ ਵੀ ਉਹ ਕਾਪੀਆਂ ਥੋੜੀਆਂ ਜਿਹੀਆਂ ਮਤਲਬ ਕਿ ਜਿਹੜੀਆਂ ਨੇ ਉਹ ਜਿਹੜੇ ਵਿਵਾਦ ਅੰਸ਼ ਹੈ ਉਹਨਾਂ ਦੀ ਹਾਸਲ ਕੀਤੀਆਂ, ਤਾਂ ਮੇਰੇ ਖਿਆਲ ਦੇ ਨਾਲ ਇਤਰਾਜ਼ਯੋਗ ਚੀਜ਼ਾਂ ਹੈਗੀਆਂ ਨੇ। ਜਿਵੇਂ ਮਤਲਬ ਉਹਦੇ ਚ ਦਿੱਤਾ ਗਿਆ ਕਿ ਹਿੰਦੂ ਧਰਮ ਅਤੇ ਗੁਰੂ ਜੀ ਦੇ ਉਪਦੇਸ਼ਾਂ ਦੇ ਮੂਲ ਸਿਧਾਂਤ ਵਿੱਚ ਕੋਈ ਅੰਤਰ ਨਹੀਂ ਸੀਗਾ। ਇਹ ਬਹੁਤ ਤੁਸੀਂ ਦੇਖੋਗੇ ਤਾਂ ਬੜੀ ਇੱਕ ਵਿਵਾਦਤ ਚੀਜ਼ ਹੋ ਜਾਂਦੀ ਹੈ ਕਿ ਤੁਸੀਂ ਰਲ ਰੱਦ ਕਰਨ ਦਾ ਯਤਨ ਕਰ ਰਹੇ ਹੋ। ਜਾਤੀ ਪ੍ਰਥਾ ਦਾ ਮਤਲਬ ਕਿ ਉਹਨਾਂ ਨੇ ਕੋਈ ਖੰਡਨ ਨਹੀਂ ਸੀ ਕੀਤਾ, ਬਲਕਿ ਜਾਤੀ ਅਭਿਮਾਨ ਦਾ ਖੰਡਨ ਕੀਤਾ ਸੀਗਾ। ਹਿੰਦੂ ਦੇਵਤਿਆਂ ਤੇ ਅਵਤਾਰਾਂ ਦਾ ਕੋਈ ਨਿਰਾਦਰ ਨਹੀਂ, ਚਲੋ ਨਿਰਾਦਰ ਤੇ ਕਾਹਨੂੰ ਕਰਨਾ, ਪਰ ਉਹਨਾਂ ਨੇ ਚੋਟ ਕੀਤੀ ਸੀ ਪਖੰਡਵਾਦ ਤੇ ਜਾਂ ਮਿਥਿਹਾਸ ਤੇ ਚੋਟ ਕੀਤੀ ਸੀ, ਆਪਾਂ ਨੂੰ ਸਭ ਨੂੰ ਪਤਾ ਹੈ। ਫਿਰ ਉਹ ਕਹਿੰਦੇ ਕਿ ਵੇਦ ਅਤੇ ਪੁਰਾਣਾ ਉੱਤੇ ਕੋਈ ਚੋਟ ਨਹੀਂ ਕੀਤੀ, ਹਿੰਦੂ ਧਾਰਮਿਕ ਰੀਤੀ ਰਿਵਾਜਾਂ ਉੱਤੇ ਕੋਈ ਚੋਟ ਨਹੀਂ ਕੀਤੀ, ਤੇ ਸੰਗਤ ਇੱਕ ਨਵੀਂ ਅਤੇ ਕ੍ਰਾਂਤੀਕਾਰੀ ਸੰਸਥਾ ਨਹੀਂ ਸੀਗੀ। ਤਾਂ ਉਹ ਸੰਗਤ ਤੇ ਵੀ ਸਵਾਲ ਚੁੱਕਦੇ, ਖਾਸ ਤੌਰ ਤੇ ਇਹਨਾਂ ਦੇ ਜਿਹੜੇ ਮਤਲਬ ਕਿ ਪੁਸਤਕ ਦੇ ਜਿਹੜੇ ਹੋਣਗੇ ਸੰਪਾਦਕ ਜਾਂ ਲੇਖਕ, ਸੋ ਹਵਾਲੇ ਵੀ ਦਿੱਤੇ ਗਏ ਨੇ। ਇਹ ਕੁਛ ਭੂਸ਼ਣ ਬੈਨਰਜੀ ਨੇ, ਇਹਨਾਂ ਦੀਆਂ ਲਿਖਤਾਂ, ਕੁਛ ਡਾਕਟਰ HR ਗੁਪਤਾ, ਮਤਲਬ ਕਿ ਸਾਰੇ ਜਿਹੜੇ ਤਰ੍ਹਾਂ ਦੇ ਵਿਦਵਾਨ ਆ ਤਥਾ ਕਥਿਤ ਤੌਰ ਤੇ ਬਣੇ ਹੋਏ ਵਿਦਵਾਨ, ਉਹਨਾਂ ਦੀਆਂ ਇਹ ਚੀਜ਼ਾਂ ਜਿਹੜੀਆਂ ਦਰਜ ਕੀਤੀਆਂ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੀ ਯਤਨ ਕੀਤਾ ਜਾ ਰਿਹਾ, ਕਿ ਮਤਲਬ ਕਿ ਇਹ ਦਰਸਾਇਆ ਜਾ ਰਿਹਾ ਵਾਰ-ਵਾਰ ਜ਼ੋਰ ਦੇ ਕੇ ਕਿ ਭਾਈ ਗੁਰੂ ਸਾਹਿਬ ਜਿਹੜੇ ਸਨ ਹਿੰਦੂ ਮਤ ਦੇ ਨਾਲ ਉਹਨਾਂ ਦਾ ਕੋਈ ਮਤਭੇਦ ਨਹੀਂ ਸੀਗਾ। ਕਹਿਣ ਦਾ ਮਤਲਬ ਹੈ ਇਹਨੂੰ ਕਹਿੰਦੇ ਜਿਹੜਾ ਇੱਕ ਗੋਲ ਆ, ਲੌਂਗ ਟਰਮ ਗੋਲ ਆ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਬੌਧ ਧਰਮ ਦਾ ਕੀ ਬਣਿਆ। ਔਰ ਇਹ ਗੋਲ ਹੈ ਜਿਹਨੂੰ ਸਮਝਣਾ ਪਵੇਗਾ ਕਿ ਸਿੱਖਾਂ ਨੂੰ ਹੌਲੇ ਇਹ ਸਾਲਾਂ ਬੱਤੀ ਨਹੀਂ, ਦਹਾਕਿਆਂ ਬੱਤੀ ਨਹੀਂ, ਬਹੁਤ ਲੰਬਾ ਪ੍ਰੋਸੀਜਰ ਵੀ ਚਲੇ ਜਾਂਦਾ ਹੈ ਕਿ ਹੌਲੀ ਹੁਣ ਜਿਹੜੀਆਂ ਇਹ ਪੁਸਤਕਾਂ ਨੇ, ਮੰਨ ਲਓ ਜਿਹੜੇ ਬੱਚੇ ਨੇ ਪੜ੍ਹਨੀਆਂ ਜਾਂ ਹੋਰ
4 ਸਾਲਾਂ ਨੂੰ 10 ਸਾਲਾਂ ਨੂੰ ਇਸ ਤਰ੍ਹਾਂ ਦੀਆਂ ਇਤਿਹਾਸਿਕ ਮਿਲਾਵਟਾਂ ਵਾਲੀਆਂ ਪੁਸਤਕਾਂ ਆਉਣਗੀਆਂ। ਉਹ ਕਈ ਵਾਰ ਫਿਰ ਮਿੱਥ ਬਣ ਜਾਂਦੀ ਨਾ, ਪਰਸੈਪਸ਼ਨ ਬਣ ਜਾਂਦੀ ਕਿ ਠੀਕ ਇਸ ਤਰ੍ਹਾਂ ਹੀ ਹੋਇਆ ਹੋਵੇ। ਅੱਜ ਤੋਂ ਸਾਲ 2 ਸਾਲ ਬਾਅਦ ਨਹੀਂ, ਜਦੋਂ ਸਦੀ 2 ਸਦੀ ਬਾਅਦ ਇਸ ਤਰ੍ਹਾਂ ਦੇ ਵਿਚਾਰ ਵਟਾਂਦਰੇ ਹੋਣਗੇ ਤਾਂ ਫਿਰ ਇਹ ਹਵਾਲੇ ਬਣ ਜਾਂਦੇ, ਜੋ ਇਹ ਦਰਜ ਕੀਤੇ ਜਾਂਦੇ ਹੁੰਦੇ ਆ। ਇਹੋ ਜਿਹੇ ਵਿਦਵਾਨ ਤੇ ਚਲੇ ਜਾਂਦੇ ਸੰਸਾਰ ਤੋਂ ਕੁਫਰ ਤੋੜ ਕੇ, ਪਰ ਉਹ ਇਤਿਹਾਸ ਦੇ ਨਾਲ ਖਿਲਵਾੜ ਕਰ ਚੁੱਕੇ ਹੁੰਦੇ। ਉਹ ਜਿਹੜੇ ਅਸਲ ਮੂਲ ਸਿਧਾਂਤ ਹੁੰਦੇ ਆ, ਮੂਲ ਸੰਕਲਪ ਹੁੰਦੇ ਆ, ਮੂਲ ਉਪਦੇਸ਼ ਹੁੰਦੇ ਆ, ਉਹਨਾਂ ਨਾਲ ਠੱਗੀ ਕਰ ਚੁੱਕੇ ਹੁੰਦੇ ਆ। ਜਾਗਦੇ ਰਹਿਣ ਦੀ ਜ਼ਰੂਰਤ ਹੈ। ਜੀ ਮਿੰਟੂ ਜੀ, ਵਾਕਿਆ ਜਿੱਦਾਂ ਕਿਹਾ ਵੀ ਹਰ ਸਾਲ ਇਦਾਂ ਦੇ ਦਰਜਨਾਂ ਹੀ ਵਿਵਾਦ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਸੁਣਨ ਨੂੰ ਜਿਹੜੇ ਉਹ ਮਿਲਦੇ ਰਹਿੰਦੇ ਆ। ਜਾਂਦੇ ਮਿੰਟੂ ਜੀ ਗੱਲ ਕਰਦੇ ਜਾਈਏ, ਇਹਦਾ ਵੀ ਹੁਣ ਰੌਲਾ ਆਪਾਂ ਬਹੁਤ ਚਿਰ ਤੋਂ ਸੁਣਦੇ ਆ ਰਹੇ ਆ, ਚਾਈਨਾ ਵਾਲੀ ਜਿਹੜੀ ਡੋਰ ਆ ਉਸ ਦਾ, ਤੇ ਕਹਿੰਦੇ ਵੀ ਇਸ ਡੋਰ ਨੇ ਇੱਕ ਹੋਰ ਹੱਸਦਾ ਵਸਦਾ ਪਰਿਵਾਰ ਉਜਾੜ ਦਿੱਤਾ। ਬਿਲਕੁਲ ਜੀ, ਮੈਂ ਉਸ ਬੱਚੀ ਦੀ ਤਸਵੀਰ ਦੇਖੀ ਅੱਜ ਨਿਊਜ਼ ਪੋਰਟਲ ਤੇ, ਮੈਂ ਦੇਖ ਰਿਹਾ ਸੀ, ਉਸ ਖਬਰ ਨੂੰ ਵੀ ਦੇਖ ਰਿਹਾ ਸੀਗਾ ਤੇ ਉਸ ਬੱਚੀ ਨੂੰ ਵੀ। ਕਿਆ ਬੱਚੀ, खूबसूरत बच्ची, और दमाला सजाया हुआ उसने, मतलब मासूम 3-4 साल की बच्ची की तस्वीर, ते जिहदा नाम है अशलीन कौर, फिरोजपुर दी। जी ਅੱਠ ਟਾਂਕੇ ਆ, ਇੱਥੇ ਫਿਰ ਗਈ ਆ ਜੀ 16 ਟਾਂਕੇ ਆ, ਏਦਾਂ ਫਿਰਦੀ ਆ ਉਹ, ਮਤਲਬ ਕਿ ਕਾਚੂ ਨਾਲੋਂ ਵੀ ਭੈੜੀ ਆ। ਚਾਕੂ ਕਹਿ ਦਿੰਦੇ ਵੈਸੇ ਆਪਾਂ, ਪੁਰਾਣੇ ਬਜ਼ੁਰਗ ਕਾਚੂ ਕਹਿੰਦੇ ਸੀ, ਅਸੀਂ ਵੀ ਉਹਨਾਂ ਦੇ ਮੂੰਹ ਸੁਣ ਕੇ, ਮਤਲਬ ਕਿ ਇੰਨੀ ਜ਼ਿਆਦਾ ਧਾਰਮ ਦੀ ਤਿੱਖੀ ਹੁੰਦੀ ਆ। ਪਤਾ ਨਹੀਂ ਹੁਣ ਸਾਡੇ ਪਤੰਗਬਾਜ਼ੀ ਚਲੋ ਅੱਗੇ ਵੀ ਮਾੜੇ ਮੋਟੇ ਕਰਦੇ ਸਨ ਸ਼ੁਗਰ ਲੋਕ, ਹੁਣ ਤੇ ਪਤੰਗਬਾਜ਼ੀ ਦੇ ਮੁਕਾਬਲੇ ਬੜੇ ਹੁੰਦੇ ਨੇ। ਉਹਦੇ ਨਾਲ ਕੀ ਹੈ ਕਿ ਉਹ ਜਿਹੜੀ ਬੈਂਡ ਆ, ਮਤਲਬ ਕਿ ਬੈਨ ਕੀਤੀ ਹੋਈ ਆ, ਉਹ ਵੀ ਡੋਰ ਜਿਹੜੀ ਇਸਤੇਮਾਲ ਕੀਤੀ ਜਾਂਦੀ, ਉਹ ਡੋਰ ਕੀ ਹੁੰਦਾ ਕਿ ਜਿਵੇਂ ਹੁਣ ਮੰਨ ਲਓ ਉਦੋਂ ਤੇ ਪਤੰਗ ਉਡਾ ਦਿੱਤੀ, ਤੇ ਤੁਹਾਨੂੰ ਪਤਾ ਪਤੰਗ ਦਾ ਡਿਸਪਲਿਨ ਤਾਂ ਡੋਰ ਹੀ ਹੁੰਦੀ ਹੈ ਨਾ। ਪਤੰਗ ਕਿਤੇ ਚਲੇ ਜਾਂਦੀ ਹੈ, ਫਿਰ ਮੁੜ ਕੇ ਡੋਰ ਕਿਤੇ ਚਲੇ ਜਾਂਦੀ ਹੈ। तो डोर कई बार अगे आ गई। हुण ये बच्ची जिहड़ी सी स्कूटी ते किते खलोती होनी, अगे मावा खिला लैंदी है जां किते मतलब कि इस तरह बैठी होएगी, तां वो बच्ची जिहड़ी सीगी ओहदे गर्दन ते मतलब कि फेरी ते गर्दन कट्टी गई। मासूम बच्ची सी और फड़दिया ओहदी मां दा भी अंगूठा जिहड़ा लै गया। हुण देखो घर चल गया। इस तो पहला पटियाले दे विच भी असीं देखिया सी, एक बेचारा जी साहब नौकरी करके अपनी मुलाजमत करके घर नूं जा रहा सीगा, गल च पै गई, डोर खत्म हो गया, वड्डिया गया, बिना गल तो गाटा लै जांदा। और कमाल दी गल आ कि ना वो दुकानदार कदे फड़िया जांदा है, ना वो चाइना डोर उड़ाउण वाला फड़िया जांदा, पर एक घर उजड़ जांदा, ना कोई मुआवजा दिता जांदा, ना लैण देना। ये भी एक वखरी किस्म दी साडे इत्थे पंजाब दे विच ये समस्या है कि शहरां दे विच हुण आपां शहरदारी च तुरे जांदे आ, मोटरसाइकिल स्कूटी कई बार बाजार दे विच अचानक चेती वो दीदी नहीं हैगी। मेरे आप एक बार गल च पै गई सी, पर बहुत मैं स्लो सीगा ते बड़ा मैं मतलब कि आराम नाल मोटरसाइकिल रोक लिया, नहीं तो मैं भी शायद इन्हां दे विच ही हुंदा जां टांके लगे हुंदे ते जां कंपार ही हो गया होंदा। सो ये गल आ कि ये बैन आ, पर ये विकदी किवें आ? पहला तो बड़ा सवाल ये आ कि यार तुसीं इन्ना सौदा पत्ता वेच के शाम नूं रजदे नहीं जे, जिहड़ी आ कातलाना डूर वेच के रोटी खानी आ तुसीं। दूजी गल ये चंगे शुगल आ, ये किहड़ा शुगल है साडा कि पतंग असीं ते शुगल अगे दे पट्टां नूं थापियां मार के दंगल च जाना है, खाड़े च जाना, ये साडे शुगल हुंदे सी। साडे ते हुण शुगल ही होर वखरी किस्म दे हो गए। आ ट्रैक्टर टोचने आ जी, फलाना टोचने जी, पतंगबाजी, पेचा पाउणा, पता नहीं क्या क्या करदे फिरदे ने। जी हवा उत्तिया पिया है मिंटू जी, करिए की समझाउण वाले भी उदां दे ते समझण वाले भी उदां दे। ते मिंटू जी बहुत शुक्रिया, बड़ी मेहरबानी, मिलदे हां जी फिर कल नूं। सत श्री अकाल जी। सत श्री अकाल जी। सो तो प्रोग्राम की समाप्ति, अगली बार तक ਲਈ इजाजत। मेरे वालों में सबनों प्यार भरी सत श्री अकाल। सुनते रहो पंजाबी रेडियो USA।